हाँ जी, गुरु प्यारी गुरु सवारी साध संगत जीओ। ਅੱਜ ਦੀ ਕਲਾਸ ਅੰਡਰਸਟੈਂਡਿੰਗ ਗੁਰਬਾਣੀ ਕਲਾਸ ਹੈ ਜੀ। ਜਿਸ ਕਲਾਸ ਦੇ ਅੰਦਰ ਆਪਾਂ ਕਿਸੇ ਨਾ ਕਿਸੇ ਬਾਣੀ ਨੂੰ ਸਾਹਮਣੇ ਰੱਖ ਕੇ ਉਸ ਬਾਣੀ ਦੀ ਵਿਚਾਰ ਕਰਦੇ ਹਾਂ ਅਤੇ ਸਮਝਣ ਦਾ ਯਤਨ ਕਰਦੇ ਹਾਂ ਇੱਕ ਵੱਖਰੇ ਐਂਗਲ ਤੋਂ, ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਕਿ ਸਤਿਗੁਰੂ ਜੀ ਬਾਣੀ ਅੰਦਰ ਸਾਨੂੰ ਕੀ ਸੰਦੇਸ਼ ਦਿੰਦੇ ਨੇ, ਕੀ ਮੈਸੇਜ ਦਿੰਦੇ ਨੇ, ਕੀ ਸੁਨੇਹਾ ਦਿੰਦੇ ਨੇ। ਸੋ ਅੱਜ 12 ਮਹਾ ਬਾਣੀ ਤੋਂ ਬਾਅਦ ਸ਼ਲੋਕ ਸ਼ੇਖ ਫਰੀਦ ਕੇ ਇਹ ਬਾਣੀ ਦੀ ਆਰੰਭਤਾ ਕਰ ਰਹੇ ਹਾਂ ਅਤੇ ਜਿੰਨੇ ਵੀ ਆਪ ਸਾਰੇ ਜੁੜੇ ਹੋ ਭਾਗਾਂ ਵਾਲੇ ਹੋ, ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਹੀ ਸਾਡਾ ਹਕੀਕਤ ਵਿੱਚ ਗੁਰੂ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਤੇ ਜੇਕਰ ਗੁਰੂ ਨੂੰ ਨਾ ਪਛਾਣਿਆ, ਜੇਕਰ ਗੁਰੂ ਦੇ ਨਾਲ ਅਸੀਂ ਗੱਲ ਹੀ ਨਾ ਕਰ ਸਕੇ, ਜੇ ਗੁਰੂ ਬਾਣੀ ਦੀ ਸਾਨੂੰ ਸਮਝ ਹੀ ਨਾ ਆਈ, ਤਾਂ ਫਿਰ ਅਸੀਂ ਬਹੁਤ ਪਿੱਛੇ ਰਹਿ ਜਾਵਾਂਗੇ। ਭਾਗਾਂ ਵਾਲੇ ਹੋ ਤੁਸੀਂ, ਗੁਰੂ ਦੇ ਨਾਲ ਨੇੜਤਾ ਬਣਾ ਰਹੇ ਹੋ, ਗੁਰੂ ਦੇ ਨੇੜੇ ਹੋ ਰਹੇ ਹੋ, ਬਾਣੀ ਦੇ ਨੇੜੇ ਹੋ ਰਹੇ ਹੋ ਅਤੇ ਬਾਣੀ ਨੂੰ ਸਮਝਣ ਦਾ ਯਤਨ ਕਰ ਰਹੇ ਹੋ। ਸੋ ਆਓ ਅੱਜ ਦੀ ਕਲਾਸ ਆਰੰਭ ਕਰਨ ਤੋਂ ਪਹਿਲਾਂ ਫਤਿਹ ਨਾਲ ਕਰੋ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਸ਼ੇਖ ਫਰੀਦ ਜੀ ਕੇ ਲੜੀਵਾਰ ਵਿਚਾਰ ਅਤੇ ਅੱਜ ਭੂਮਿਕਾ। ਇਸ ਪਾਵਨ ਬਾਣੀ ਦੀ ਭੂਮਿਕਾ ਬਾਰੇ ਵਿਚਾਰ ਕਰਨੀ ਜ਼ਰੂਰੀ ਹੈ, ਕਿਉਂਕਿ ਜਦੋਂ ਵੀ ਕੋਈ ਬਾਣੀ ਨੂੰ ਆਪਾਂ ਸ਼ੁਰੂ ਕਰਦੇ ਹਾਂ ਨਾ, ਤਾਂ ਉਸ ਦੀ ਸ਼ੁਰੂਆਤ ਤੇ ਉਹਦਾ ਮਜ਼ਮੂਨ, ਉਹਦੀ ਰੂਪ ਰੇਖਾ ਅਤੇ ਉਹਦੀ ਭੂਮਿਕਾ ਜ਼ਰੂਰ ਜਾਣਨੀ ਚਾਹੀਦੀ ਹੈ। ਬਾਬਾ ਫਰੀਦ ਜੀ, ਆਪਾਂ ਸਾਰਿਆਂ ਨੇ ਨਾਮ ਸੁਣਿਆ ਹੈ ਕਿ ਕੋਈ ਬਾਬਾ ਫਰੀਦ ਜੀ ਹੋਏ ਨੇ। ਸਾਨੂੰ ਇੰਨਾ ਵੀ ਪਤਾ ਹੈ ਕਿ ਬਾਬਾ ਫਰੀਦ ਜੀ ਇੱਕ ਮੁਸਲਮਾਨ ਘਰਾਣੇ ਵਿੱਚ ਹੋਏ ਨੇ। ਇਹਨਾਂ ਬਾਰੇ ਸੰਖੇਪ ਜਿਹੀ ਵਿਚਾਰ ਅਤੇ ਸ਼ਲੋਕਾਂ ਦੀ ਭੂਮਿਕਾ ਜੋ ਅੱਜ ਅਸੀਂ ਬੰਨਾਂਗੇ। ਸੋ ਆਓ ਬੜੇ ਪਿਆਰ ਦੇ ਨਾਲ ਮਨ ਬਿਰਤੀਆਂ ਕਰੋ ਇਕਾਗਰ ਜੀ। ਸ਼ਲੋਕ ਸ਼ੇਖ ਫਰੀਦ ਜੀ ਕੇ, ਸ਼ਲੋਕ ਸ਼ੇਖ ਫਰੀਦ ਕੇ। ਜਦੋਂ ਦੀ ਦੁਨੀਆ ਹੋਂਦ ਵਿੱਚ ਆਈ ਹੈ, ਮਤਲਬ ਕਿ ਜਦੋਂ ਦਾ ਸੰਸਾਰ ਬਣਿਆ, ਜਦੋਂ ਦਾ ਇਸ ਜਗਤ ਦੀ ਸਿਰਜਣਾ ਹੋਈ ਹੈ, ਉਦੋਂ ਤੋਂ ਹੀ ਸਮੇਂ ਦੇ ਨਾਲ ਨਾਲ ਇਸ ਜਗਤ ਵਿੱਚ ਬਦਲਾਵ ਆਉਂਦੇ ਰਹੇ ਨੇ। ਇਹ ਸੰਸਾਰ ਉਹੋ ਜਿਹਾ ਨਹੀਂ ਰਿਹਾ, ਬਦਲਦਾ ਰਿਹਾ ਹੈ। ਹਰ ਪਲ ਦੇ ਉੱਤੇ ਇਹਦੇ ਅੰਦਰ ਬਦਲਾਵ ਆਉਂਦਾ ਰਿਹਾ ਹੈ। ਬਨਸਪਤੀ ਵਿੱਚ ਵੀ ਕਈ ਬਦਲਾਵ ਹੋਏ ਨੇ। ਅੱਜ ਤੁਸੀਂ ਸਾਇੰਸਦਾਨਾਂ ਨੂੰ ਪੁੱਛੋ ਤੇ ਉਹ ਦੱਸਦੇ ਨੇ ਕਿ ਪਹਿਲਾਂ ਦੀ ਵਨਸਪਤੀ ਹੋਰ ਸੀ ਤੇ ਬਾਅਦ ਵਿੱਚ ਵਨਸਪਤੀ ਦੇ ਰੂਪ ਬਦਲਦੇ ਗਏ, ਇਹਨਾਂ ਵਿੱਚ ਬਦਲਾਵ ਆਉਂਦੇ ਗਏ। ਜੀਵ ਜੰਤੂਆਂ ਵਿੱਚ ਬਦਲਾਵ ਆਏ, ਕੀੜਿਆਂ ਮਕੌੜਿਆਂ ਵਿੱਚ ਵੀ ਕਈ ਤਰ੍ਹਾਂ ਦੇ ਬਦਲਾਵ ਹੋਇਆ, ਕਈ ਤਰ੍ਹਾਂ ਦਾ ਬਦਲਾਵ ਹੋਇਆ। ਅਤੇ ਸਿਰਫ ਕੀੜਿਆਂ ਮਕੌੜਿਆਂ, ਜੀਵ ਜੰਤੂਆਂ ਤੇ ਵਨਸਪਤੀ ਵਿੱਚ ਹੀ ਨਹੀਂ ਬਦਲਾਵ ਆਇਆ, ਮਨੁੱਖੀ ਸਰੀਰਾਂ ਵਿੱਚ ਅਤੇ ਮਨੁੱਖ ਦੀ ਸੋਚਣ ਸ਼ਕਤੀ ਵਿੱਚ ਵੀ, ਵਿਚਾਰਾਂ ਵਿੱਚ ਵੀ ਕਈ ਤਰ੍ਹਾਂ ਦੇ ਬਦਲਾਵ ਹੋਏ। ਪਹਿਲੇ ਪਹਿਲ ਇਹਦੀ ਸੋਚਣ ਸ਼ਕਤੀ ਬਹੁਤ ਹੀ ਕਮਜ਼ੋਰ, ਬੜੀ ਹੀ ਘੱਟ ਸੀ। ਪਹਿਲੇ ਪਹਿਲ ਇਹਦਾ ਸਰੀਰ ਜਿਹੜਾ ਹੈ 4 ਲੱਤਾਂ ਤੇ ਚੱਲਣ ਵਾਲਾ ਸੀ। ਹੌਲੀ 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 ਇਹਦੇ ਸਰੀਰ ਦੇ ਵਿੱਚ ਵੀ ਬਦਲਾਵ ਆਉਂਦਾ ਗਿਆ ਅਤੇ ਹੌਲੀ ਹੌਲੀ ਇਹਦੀ ਸੋਚ ਵਿੱਚ ਵੀ ਚੇਂਜ ਆਉਂਦੀ ਗਈ, ਬਦਲਾਵ ਆਉਂਦਾ ਗਿਆ। ਇਹਦੇ ਵਿਚਾਰ ਬਦਲਦੇ ਗਏ, ਇਹਦੇ ਵਿਚਾਰਾਂ ਵਿੱਚ ਕਈ ਤਰ੍ਹਾਂ ਦੇ ਬਦਲਾਵ ਹੋਏ। ਹੁਣ ਜਦੋਂ ਬੰਦੇ ਦੇ ਵਿਚਾਰਾਂ ਅੰਦਰ ਬਦਲਾਵ ਪੈਦਾ ਹੋਏ ਨਾ, ਉਦੋਂ ਹੀ ਇਹਨੇ ਚੰਗਾ ਮਾੜਾ ਪਛਾਣਿਆ ਹੈ।
ਨਹੀਂ ਤਾਂ ਪਹਿਲਾਂ ਇਹਨੂੰ ਪਤਾ ਹੀ ਨਹੀਂ ਸੀ ਚੰਗਾ ਕੀ ਹੁੰਦਾ ਹੈ ਤੇ ਮਾੜਾ ਕੀ ਹੁੰਦਾ ਹੈ, ਬੁਰਾ ਕੀ ਹੁੰਦਾ ਹੈ ਤੇ ਭਲਾ ਕੀ ਹੁੰਦਾ ਹੈ। ਜਦੋਂ ਇਹਦੀਆਂ ਵਿਚਾਰਾਂ ਵਿੱਚ ਬਦਲਾਵ ਆਇਆ, ਜਦੋਂ ਇਹਦੀ ਸੋਚਣ ਸ਼ਕਤੀ ਬਦਲੀ ਹੈ ਨਾ, ਉਦੋਂ ਇਹਨੂੰ ਪਤਾ ਲੱਗਿਆ ਵੀ ਇਹ ਚੰਗਿਆਈ ਹੈ ਤੇ ਇਹ ਬੁਰਾਈ ਹੈ, ਇਹ ਠੀਕ ਲੱਗਦਾ ਤੇ ਇਹ ਨਹੀਂ ਠੀਕ ਲੱਗਦਾ। ਉਦੋਂ ਇਹਨੂੰ ਫੀਲ ਹੋਣ ਲੱਗਾ, ਉਦੋਂ ਇਹਨੂੰ ਮਹਿਸੂਸ ਹੋਣ ਲੱਗਾ, ਦੁੱਖ ਤੇ ਸੁੱਖ ਨੂੰ ਇਹ ਪਹਿਚਾਣਨ ਲੱਗ ਗਿਆ। ਹੁਣ ਜਦੋਂ ਇਹਨੂੰ ਸਾਰਾ ਕੁਝ ਸਮਝ ਵਿੱਚ ਆਉਣ ਲੱਗਾ, ਉਦੋਂ ਕੀ ਹੋਇਆ? ਉਦੋਂ ਇਹਨੇ ਮਨੁੱਖਤਾ ਦੇ ਸੁਧਾਰ ਵਾਸਤੇ ਧਰਮ ਪੈਦਾ ਕਰ ਦਿੱਤਾ। ਹੁਣ ਜਦੋਂ ਵਿਚਾਰਾਂ ਵਿੱਚ ਵੀ ਕਈ ਤਰ੍ਹਾਂ ਦੇ ਬਦਲਾਵ ਹੋਏ, ਜਿਸ ਕਾਰਨ ਭਾਰਤ ਦੇਸ਼ ਵਿੱਚ ਕਈ ਧਰਮਾਂ ਨੇ ਜਨਮ ਲੈ ਲਿਆ। ਇਹ ਧਿਆਨ ਰੱਖਣਾ, ਇੱਕ ਧਰਮ ਨੇ ਜਨਮ ਨਹੀਂ ਲਿਆ, ਕਈ ਧਰਮਾਂ ਨੇ ਜਨਮ ਲੈ ਲਿਆ। ਕਿਉਂਕਿ ਵਰਲਡ ਦੇ ਅੰਦਰ, ਪੂਰੀ ਦੁਨੀਆ ਦੇ ਅੰਦਰ ਪਤਾ ਹੀ ਨਹੀਂ ਕਿੰਨੀ ਕੁ ਥਾਂ ਤੇ ਕਿੰਨੇ ਕੁ ਲੋਕ, ਕਿੰਨੇ ਕੁ ਮਨੁੱਖ ਵਿਕਸਿਤ ਹੋਏ ਸਨ, ਕਿੰਨਿਆਂ ਕੁ ਨੂੰ ਇਹ ਸੋਝੀ ਹੋਣ ਲੱਗ ਗਈ ਤੇ ਕਿੰਨਿਆਂ ਨੇ ਹੀ ਸਮਾਜ ਨੂੰ ਸੁਧਾਰਨ ਵਾਸਤੇ ਕੁਝ ਨਾ ਕੁਝ ਯਤਨ ਕਰਨੇ ਸ਼ੁਰੂ ਕਰ ਦਿੱਤੇ। ਇੱਕ ਨੇ ਨਹੀਂ ਕੀਤੇ, ਅਨੇਕਾਂ ਨੇ ਕੀਤੇ। ਭਾਰਤ ਦੇ ਵਿੱਚ ਖਾਸ ਕਰਕੇ ਕਈ ਧਰਮਾਂ ਨੇ ਜਨਮ ਲੈ ਲਿਆ, ਕਈ ਧਰਮ ਪੈਦਾ ਹੋ ਗਏ। ਇੱਕ ਧਰਮ ਨਹੀਂ, ਦੋ ਧਰਮ ਨਹੀਂ, ਪਰ ਰਾਜ ਸੱਤਾ ਵਿੱਚ ਹੋਣ ਕਰਕੇ, ਪਰ ਦਾ ਮਤਲਬ ਹੁੰਦਾ ਬਟ, ਇੰਗਲਿਸ਼ ਵਿੱਚ ਬਟ ਕਹਿ ਦਿੰਦੇ, ਬਟ ਪਰ ਰਾਜ ਸੱਤਾ ਵਿੱਚ ਹੋਣ ਕਰਕੇ ਦੋ ਧਰਮ ਬੜੇ ਮਸ਼ਹੂਰ ਹੋਏ ਸਨ, ਬਹੁ ਗਿਣਤੀ ਵਿੱਚ ਸਨ। ਇਹਨਾਂ ਦੀ ਗਿਣਤੀ ਵੀ ਜ਼ਿਆਦਾ ਸੀ ਅਤੇ ਮਸ਼ਹੂਰ ਵੀ ਹੋ ਗਏ। ਸੁਭਾਵਕ ਹੈ, ਜਿਹਦੇ ਕੋਲ ਰਾਜ ਸੱਤਾ ਹੋਵੇ, ਜਿਹਦੇ ਕੋਲ ਪੋਲਿਟਿਕਸ ਹੋਵੇ, ਜਿਹਦੇ ਕੋਲ ਸਰਕਾਰ ਹੋਵੇ, ਉਹਦਾ ਧਰਮ ਹਮੇਸ਼ਾ ਹੀ ਤਰੱਕੀ ਕਰਦਾ ਹੈ। ਅੱਜ ਦੇ ਦੌਰ ਅੰਦਰ ਅਸੀਂ ਵੇਖ ਲਈਏ, ਜੇ ਰਾਜ ਸੱਤਾ ਤੇ ਬੀਜੇਪੀ ਹੈ ਨਾ, ਤੇ ਬੀਜੇਪੀ ਆਪਣੇ ਧਰਮ ਦੇ ਵਿੱਚ ਵਾਧਾ ਕਰ ਰਹੀ ਹੈ, ਉਹ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਹੋ ਰਹੀ ਹੈ। ਇਸੇ ਤਰ੍ਹਾਂ ਜਦੋਂ ਮੁਸਲਮਾਨ ਰਾਜ ਕਰਦੇ ਸਨ ਤੇ ਮੁਸਲਿਮ ਧਰਮ ਦੇ ਵਿੱਚ ਵਾਧਾ ਹੁੰਦਾ ਗਿਆ। ਕਈ ਲਾਲਚ ਨੂੰ ਧਰਮ ਅਪਣਾਉਂਦੇ ਨੇ ਅਤੇ ਕਈ ਡਰ ਕੇ ਧਰਮ ਅਪਣਾਉਂਦੇ ਨੇ। ਇਸ ਵਾਸਤੇ ਕਈਆਂ ਨੂੰ ਜ਼ੋਰ ਦੇ ਨਾਲ ਆਪਣੇ ਧਰਮ ਦੇ ਵਿੱਚ ਲਿਆ ਗਿਆ ਤੇ ਕਈਆਂ ਨੂੰ ਲਾਲਚ ਦੇ ਕੇ ਆਪਣੇ ਧਰਮ ਵਿੱਚ ਲਿਆ ਗਿਆ। ਰਾਜ ਕੌਣ ਕਰਦੇ ਸਨ? ਜਾਂ ਹਿੰਦੂ ਤੇ ਜਾਂ ਮੁਸਲਮਾਨ। ਇਹ ਦੋਵਾਂ ਦਾ ਹੀ ਰਾਜ ਸੀ, ਦੋਵੇਂ ਰਾਜ ਸੱਤਾ ਵਿੱਚ, ਦੋਵੇਂ ਰਾਜ ਘਰਾਣੇ ਵਿੱਚ ਸਨ। ਇਸ ਵਾਸਤੇ ਇਹ ਦੋਨੋਂ ਹੀ ਧਰਮ ਬੜੇ ਮਸ਼ਹੂਰ ਸਨ ਅਤੇ ਬਹੁ ਗਿਣਤੀ ਵਿੱਚ ਸਨ। ਇਹਨਾਂ ਦੀ ਗਿਣਤੀ ਬੜੀ ਜ਼ਿਆਦਾ ਸੀ। ਇਹ ਦੋਵੇਂ ਧਰਮ, ਇੱਕ ਹਿੰਦੂ ਧਰਮ ਅਤੇ ਇੱਕ ਇਸਲਾਮ ਧਰਮ, ਦੋਵੇਂ ਸਿਰਮੌਰ ਸਨ। ਸਿਰਮੌਰ ਕਹਿੰਦੇ ਨੇ ਸ਼੍ਰੋਮਣੀ, ਸਿਰਮੌਰ ਕਹਿੰਦੇ ਨੇ ਜਿਹੜੇ ਅੱਗੇ ਲੱਗਣ ਵਾਲੇ, ਸਿਰਮੌਰ ਕਹਿੰਦੇ ਜਿਹੜੇ ਸਭ ਤੋਂ ਫਸਟ ਨੰਬਰ ਤੇ ਦਿਸਦੇ ਨੇ। ਇਹ ਦੋਵੇਂ ਹੀ ਫਸਟ ਐਂਡ ਸੈਕੰਡ ਨੰਬਰ ਤੇ ਸੀਗੇ, ਇਹੀ ਦਿਸਦੇ ਸੀ, ਦੋਵੇਂ ਸਿਰਮੌਰ ਸਨ। ਅਤੇ ਬਾਬਾ ਫਰੀਦ ਜੀ ਦਾ ਜਨਮ ਇਸਲਾਮ ਘਰਾਣੇ ਵਿੱਚ ਹੁੰਦਾ ਹੈ। ਬਾਬਾ ਫਰੀਦ ਜੀ ਦਾ ਜਨਮ ਇਸਲਾਮ ਘਰਾਣੇ ਵਿੱਚ ਹੁੰਦਾ ਹੈ। ਆਪ ਜੀ ਦੇ ਪੁਰਖੇ ਅਫਗਾਨਿਸਤਾਨ ਦੇ ਰਾਜ ਘਰਾਣਿਆਂ ਵਿੱਚੋਂ ਸਨ। ਇਹਨਾਂ ਦੇ ਪੁਰਖੇ ਸਮਝਦੇ ਹੋ ਨਾ? ਪੁਰਖੇ ਪਿਤਰਾਂ ਨੂੰ ਕਹਿੰਦੇ ਨੇ, ਪੁਰਖੇ ਦਾਦਾ ਪੜਦਾਦਾ ਨੂੰ ਕਹਿੰਦੇ ਨੇ। ਇਹਨਾਂ ਦੇ ਜਿਹੜੇ ਪੁਰਖੇ ਸਨ ਨਾ, ਉਹ ਰਾਜ ਘਰਾਣਿਆਂ ਵਿੱਚੋਂ ਸਨ। ਅਫਗਾਨਿਸਤਾਨ ਜਿਹੜਾ ਹੈ ਨਾ, ਸ਼ੁਰੂ ਤੋਂ ਹੀ ਜੰਗ ਦੇ ਮਾਹੌਲ ਵਿੱਚ ਰਿਹਾ। ਜਦੋਂ ਦਾ ਅਫਗਾਨਿਸਤਾਨ ਹੋਂਦ ਵਿੱਚ ਆਇਆ, ਉਦੋਂ ਦਾ ਹੀ ਅਫਗਾਨਿਸਤਾਨੀ ਜਿਹੜੇ ਨੇ ਉਹ ਬੜੇ ਅਣਖੀ ਸਨ, ਕਿਸੇ ਦੀ ਈਨ ਮੰਨਦੇ ਨਹੀਂ ਸਨ ਤੇ ਹਰ ਇੱਕ ਦੇ ਅੱਗੇ ਅੜ ਜਾਂਦੇ ਸਨ, ਜਿਹਦੇ ਕਾਰਨ ਅਫਗਾਨਿਸਤਾਨ ਦੇ ਵਿੱਚ ਕੋਈ ਨਾ ਕੋਈ ਰੋਲਾ, ਕੋਈ ਨਾ ਕੋਈ ਜੰਗ, ਕੋਈ ਨਾ ਕੋਈ ਯੁੱਧ ਛਿੜਿਆ ਹੀ ਰਹਿੰਦਾ ਸੀ। ਜੰਗ ਦੇ ਮਾਹੌਲ ਵਿੱਚ ਹੀ ਰਿਹਾ ਹੈ। ਅਤੇ ਇਸੇ ਤਰ੍ਹਾਂ ਜਦੋਂ 12ਵੀਂ ਸਦੀ 1100 ਤੋਂ 1200 ਦੇ ਅੰਦਰ 12ਵੀਂ ਸਦੀ ਵਿੱਚ ਕਾਬਲ ਦਾ ਬਾਦਸ਼ਾਹ ਫਰਖ ਸ਼ਾਹ ਸੀ। ਕਾਬਲ ਦਾ ਬਾਦਸ਼ਾਹ ਜਿਹੜਾ ਨਾ, ਕਾਬਲ ਵਿਖੇ ਜਿਹੜਾ ਰਾਜ ਕਰਨ ਵਾਲਾ ਸੀ, ਉਹ ਜਿਹੜਾ ਰਾਜਾ ਸੀ, ਉਹ ਬਾਦਸ਼ਾਹ ਜਿਹੜਾ ਸੀ, ਉਹ ਸੀ ਫਖਰ ਸ਼ਾਹ। ਤੇ ਫਖਰ ਸ਼ਾਹ ਗਜਨੀ ਦੇ ਬਾਦਸ਼ਾਹ ਦੇ ਨਾਲ ਤਾਲਮੇਲ ਨਾ ਬਿਠਾ ਸਕਿਆ। ਗਜਨੀ ਦੇ ਬਾਦਸ਼ਾਹ
ਅਤੇ ਕਾਬਲ ਦੇ ਬਾਦਸ਼ਾਹ ਦੀ ਆਪਸ ਵਿੱਚ ਬਣਦੀ ਨਹੀਂ ਸੀ ਤੇ ਗਜਨੀ ਦੇ ਬਾਦਸ਼ਾਹ ਨਾਲ ਫਰਕ ਸ਼ਾਹ ਦਾ ਤੇ ਤਾਲਮੇਲ ਨਾ ਹੋਣ ਕਰਕੇ ਅਕਸਰ ਹੀ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਜੰਗ ਯੁੱਧ ਛਿੜਿਆ ਹੀ ਰਹਿੰਦਾ ਸੀ ਅਤੇ ਇਹ ਅਫਗਾਨਿਸਤਾਨ ਛੋਟੇ ਛੋਟੇ ਰਜਵਾੜਿਆਂ ਵਿੱਚ ਵੰਡਿਆ ਗਿਆ ਸੀ। ਰਜਵਾੜੇ ਕਹਿੰਦੇ ਨੇ ਛੋਟੇ ਛੋਟੇ ਰਾਜਾਂ ਵਿੱਚ ਕੁਛ ਏਰੀਆ ਦੇ ਦਿੱਤਾ, ਜਿਵੇਂ ਹਿੰਦੁਸਤਾਨ ਦੇ ਵੀ ਕਈ ਰਜਵਾੜੇ ਹੋ ਗਏ, ਕਈ ਟੋਟੇ ਹੋ ਗਏ, ਛੋਟੇ ਛੋਟੇ ਰਜਵਾੜੇ ਬਣਾ ਦਿੱਤੇ ਗਏ। ਹੁਣ ਉਹ ਰਜਵਾੜਿਆਂ ਵਿੱਚ ਛੋਟੇ ਛੋਟੇ ਰਾਜੇ ਜਿਹੜੇ ਰਾਜ ਕਰਦੇ ਸਨ, ਪਰ ਜੰਗ ਜਿਹੜੀ ਹੈ ਨਾ ਖਾਨਾ ਜੰਗੀ ਛਿੜੀ ਰਹਿੰਦੀ ਸੀ। ਹੁਣ ਇਹ ਛੋਟੇ ਛੋਟੇ ਰਜਵਾੜਿਆਂ ਵਿੱਚ ਵੰਡਿਆ ਗਿਆ ਸੀ। ਉਸ ਸਮੇਂ ਬਾਦਸ਼ਾਹ ਫਖਰ ਸ਼ਾਹ ਦੇ ਭਰਾ, ਇਹ ਧਿਆਨ ਰੱਖਣਾ, ਬਾਦਸ਼ਾਹ ਫਖਰ ਸ਼ਾਹ ਦੇ ਬ੍ਰਦਰ ਭਰਾ ਅਤੇ ਬਾਬਾ ਫਰੀਦ ਜੀ ਦੇ ਦਾਦਾ ਜੀ, ਬਾਬਾ ਫਰੀਦ ਜੀ ਦੇ ਦਾਦਾ ਸ਼ੇਖ ਸਈਬ, ਕਈ ਸਈਬ ਕਹਿੰਦੇ ਨੇ ਸਈਬ ਜੀ ਤੇ ਕਈ ਕਹਿੰਦੇ ਨੇ ਸਈਬੂਦੀਨ, ਸ਼ੇਖ ਸਈਬੂਦੀਨ ਜੀ ਆਪਣੇ ਵਤਨ ਅਫਗਾਨਿਸਤਾਨ ਨੂੰ ਛੱਡ ਕੇ ਭਾਰਤ ਆ ਗਏ ਸਨ। ਇਹ ਭਾਰਤ ਆਏ, ਪਹਿਲਾਂ ਕਸੂਰ ਸ਼ਹਿਰ ਵਿੱਚ ਰਹੇ ਅਤੇ ਫਿਰ ਬਾਅਦ ਵਿੱਚ ਮੁਲਤਾਨ ਦੇ ਇਲਾਕੇ ਪਾਕਪਟਨ ਵਿੱਚ, ਜੋ ਅੱਜ ਪਾਕਿਸਤਾਨ ਵਿੱਚ ਹੈ, ਪੱਕੇ ਤੌਰ ਤੇ ਰਹਿਣ ਲੱਗੇ। ਇਹਨਾਂ ਦੇ 3 ਪੁੱਤਰ ਸਨ ਅਤੇ ਇਹਨਾਂ ਦੇ ਵੱਡੇ ਪੁੱਤਰ ਸ਼ੇਖ ਜਮਾਲੁਦੀਨ, ਜਮਾਲ ਉਲ ਦੀਨ ਵੀ ਕਿਹਾ ਜਾਂਦਾ, ਜਮਾਲ ਉਦੀਨ ਵੀ ਕਿਹਾ ਜਾਂਦਾ ਤੇ ਜਮਾਲੁਦੀਨ ਵੀ ਕਿਹਾ ਜਾਂਦਾ। ਸੁਲੇਮਾਨੀ ਇਹਨਾਂ ਦੇ ਨਾਲ ਲੱਗਦਾ। ਸ਼ੇਖ ਜਮਾਲੁਦੀਨ ਸੁਲੇਮਾਨੀ ਇਹ ਇਹਨਾਂ ਦਾ ਵੱਡਾ ਪੁੱਤਰ ਸੀ। ਕਿਹਦਾ ਵੱਡਾ ਪੁੱਤਰ ਸੀ? ਜਿਹੜਾ ਬਾਬਾ ਫਰੀਦ ਜੀ ਦਾ ਦਾਦਾ ਸੀ, ਭਾਵ ਕਿ ਬਾਬਾ ਫਰੀਦ ਜੀ ਦੇ ਪਿਤਾ। ਜਮਾਲੁਦੀਨ ਸੁਲੇਮਾਨੀ ਦਾ ਨਿਕਾਹ, ਭਾਵ ਕਿ ਵਿਆਹ, ਨਿਕਾਹ ਕਹਿੰਦੇ ਨੇ ਵਿਆਹ ਨੂੰ, ਸ਼ਾਦੀ ਨੂੰ। ਸੁਲੇਮਾਨੀ ਜਮਾਲੁਦੀਨ ਦਾ ਨਿਕਾਹ ਭਾਵ ਕਿ ਵਿਆਹ ਇਸਲਾਮ ਦੇ ਰਹਿਬਰ ਮੁਹੰਮਦ ਸਾਹਿਬ ਦੀ ਦੋਤਰੀ, ਕਿਉਂਕਿ ਮੁਹੰਮਦ ਸਾਹਿਬ ਦਾ ਜਿਹੜਾ ਜਵਾਈ ਹੈ ਨਾ ਉਹ ਹਜ਼ਰਤ ਅਲੀ ਸੀ, ਤੇ ਹਜ਼ਰਤ ਅਲੀ ਦੀ ਧੀ ਬੇਗਮ ਕਰਸਿਮ, ਬੇਗਮ ਕਰਸਿਮ ਇਹਦਾ ਨਾਮ ਸੀ, ਬੇਗਮ ਕਰਸਿਮ ਨਾਲ ਹੋਇਆ। ਜਿਹੜੇ ਬਾਬਾ ਫਰੀਦ ਜੀ ਦੇ ਦਾਦਾ ਜੀ ਸੀ ਉਹਨਾਂ ਦੇ 3 ਪੁੱਤਰ ਸੀ ਤੇ ਇਹ ਵੱਡਾ ਪੁੱਤਰ ਜਮਾਲੁਦੀਨ ਸੁਲੇਮਾਨੀ, ਜਿਹਦਾ ਵਿਆਹ ਮੁਹੰਮਦ ਸਾਹਿਬ ਦੀ ਦੋਤਰੀ ਅਤੇ ਹਜ਼ਰਤ ਅਲੀ ਦੀ ਧੀ ਬੇਗਮ ਕਰਸਿਮ ਨਾਲ ਹੋਇਆ, ਜਿਨ੍ਹਾਂ ਨੂੰ ਬੀਬੀ ਮਰੀਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਤੇ ਅੰਦਾਜ਼ਨ ਇਹ ਧਿਆਨ ਰੱਖਣਾ, ਕਿਉਂਕਿ ਬਾਬਾ ਫਰੀਦ ਜੀ ਦੇ ਜਨਮ ਤਾਰੀਖ ਵਿੱਚ ਕਈ ਹੇਰ ਫੇਰ ਮਿਲਦੇ ਨੇ, ਕਈ 1173 ਕਹਿੰਦੇ ਨੇ, ਕਈ 1175 ਕਹਿੰਦੇ ਨੇ, ਸਨ 1173 ਤੇ ਈਸਵੀ 1100, ਕਈ 27 ਕਹਿੰਦੇ ਨੇ ਤੇ ਕਈ 29 ਕਹਿੰਦੇ ਨੇ ਤੇ ਕਈ 31 ਕਹਿੰਦੇ ਨੇ। ਪੱਕੇ ਤੌਰ ਤੇ ਤਰੀਕ ਕੋਈ ਵੀ ਨਹੀਂ ਹੈ, ਇਸ ਵਾਸਤੇ ਅੰਦਾਜ਼ਨ ਲਿਖ ਦਿੱਤਾ ਹੈ ਵੀ ਅੰਦਾਜ਼ਨ ਸਨ 1173 ਵਿੱਚ ਰਮਜ਼ਾਨ ਦੇ ਮਹੀਨੇ, ਕਿਉਂਕਿ ਤਰੀਕ ਵੀ ਪੱਕੀ ਨਹੀਂ ਹੈ ਨਾ, ਮਹੀਨਾ ਰਮਜ਼ਾਨ ਦਾ ਚੱਲਦਾ ਸੀ, ਰੋਜ਼ੇ ਚੱਲਦੇ ਸਨ। ਰਮਜ਼ਾਨ ਦੇ ਮਹੀਨੇ ਅੰਦਰ ਮੁਲਤਾਨ ਦੇ ਪਿੰਡ ਖੋਤਵਾਲ ਵਿਖੇ, ਮੁਲਤਾਨ ਦਾ ਪਿੰਡ ਖੋਤਵਾਲ, ਮੁਲਤਾਨ ਦੇ ਪਿੰਡ ਖੋਤਵਾਲ ਵਿਖੇ ਇਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ। ਕਿਹਦੇ ਘਰ ਪੁੱਤਰ ਨੇ ਜਨਮ ਲਿਆ? ਬੀਬੀ ਮਰੀਮ ਅਤੇ ਜਮਾਲੁਦੀਨ ਦੇ ਘਰ ਪੁੱਤਰ ਨੇ ਜਨਮ ਲਿਆ, ਜਿਹਦਾ ਨਾਮ ਸ਼ੇਖ ਮਸੂਦ ਸੁਲੇਮਾਨੀ ਰੱਖਿਆ। ਇਹ ਧਿਆਨ ਰੱਖਿਆ ਜੇ, ਬਾਬਾ ਫਰੀਦ ਜੀ ਦਾ ਪਹਿਲਾ ਨਾਮ ਜਿਹੜਾ ਹੈ ਸ਼ੇਖ ਮਸੂਦ ਸੁਲੇਮਾਨੀ ਰੱਖਿਆ ਗਿਆ ਅਤੇ ਬਾਅਦ ਵਿੱਚ ਇਹ ਨਾਮ ਬਦਲ ਕੇ ਸ਼ੇਖ ਫਰੀਦੁਦੀਨ ਸੁਲੇਮਾਨੀ ਰੱਖ ਦਿੱਤਾ ਗਿਆ। ਫਰੀਦ ਦਾ ਮਤਲਬ ਹੁੰਦਾ ਹੈ ਆਜਿਜ਼, ਫਰੀਦ ਦਾ ਮਤਲਬ ਹੁੰਦਾ ਹੈ ਸੰਤ, ਫਰੀਦ ਦਾ ਮਤਲਬ ਹੁੰਦਾ ਹੈ ਔਲੀਆ, ਫਰੀਦ ਦਾ ਮਤਲਬ ਹੁੰਦਾ ਹੈ ਜਿਹੜਾ ਅਕਾਲ ਪੁਰਖ ਅੱਗੇ ਫਰਿਆਦ ਕਰਨ ਵਾਲਾ ਹੁੰਦਾ ਹੈ। ਇਸ ਵਾਸਤੇ ਇਹਨਾਂ ਦਾ ਨਾਮ ਪਹਿਲਾ ਜਿਹੜਾ ਸੀ ਮਸੂਦ ਸੁਲੇਮਾਨੀ ਸੀ ਅਤੇ ਬਾਅਦ ਵਿੱਚ ਸ਼ੇਖ ਫਰੀਦੁਦੀਨ
ਸ਼ੇਖ ਫਰੀਦੁਦੀਨ ਸੁਲੇਮਾਨੀ ਰੱਖ ਦਿੱਤਾ ਗਿਆ ਤੇ ਸ਼ੇਖ ਫਰੀਦੁਦੀਨ ਦੀ ਮਾਂ ਬੀਬੀ ਮਰੀਅਮ ਆਪਣੇ ਪੁੱਤਰ ਸ਼ੇਖ ਫਰੀਦੁਦੀਨ ਨੂੰ ਇੱਕ ਧਰਮੀ ਪੁਰਸ਼ ਬਣਾਉਣਾ ਚਾਹੁੰਦੀ ਸੀ। ਜੇ ਧਰਮੀ ਬਣਾਉਣਾ ਚਾਹੁੰਦੀ ਸੀ ਤੇ ਤਾਂ ਹੀ ਇਹਨਾਂ ਦੇ ਨਾਲ ਇਹ ਕਹਾਣੀ ਆਮ ਕਰਕੇ ਸੁਣਨ ਨੂੰ ਮਿਲਦੀ ਹੈ। ਹਰ ਇੱਕ ਪ੍ਰਚਾਰਕ, ਹਰ ਇੱਕ ਕਥਾਵਾਚਕ ਇਸ ਕਹਾਣੀ ਨੂੰ, ਇਸ ਗੱਲ ਨੂੰ ਸਾਹਮਣੇ ਰੱਖਦਾ ਹੈ ਕਿ ਮਾਂ ਨੇ ਆਖਿਆ ਬਾਬੇ ਫਰੀਦ ਨੂੰ ਕਿ ਆ ਫਰੀਦ, ਮੇਰੇ ਨਾਲ ਬੈਠ ਤੇ ਨਮਾਜ਼ ਪੜ੍ਹੀਏ। ਇਹਨੇ ਅੱਗੋਂ ਸਵਾਲ ਕੀਤਾ ਕਿ ਮਾਂ, ਜੇ ਮੈਂ ਨਮਾਜ਼ ਕਰਾਂ, ਜੇ ਮੈਂ ਨਮਾਜ਼ ਪੜਾਂਗਾ ਤੇ ਮੈਨੂੰ ਮਿਲੇਗਾ ਕੀ? ਤੇ ਮਾਂ ਮਰੀਅਮ ਜਾਣਦੀ ਸੀ ਕਿ ਬਾਬਾ ਫਰੀਦ ਜੀ ਨੂੰ ਨਾ ਸ਼ੱਕਰ ਬੜੀ ਪਸੰਦ ਹੈ, ਬਾਬਾ ਫਰੀਦ ਜੀ ਨੂੰ ਮਿੱਠਾ ਬੜਾ ਪਸੰਦ ਹੈ। ਇਸ ਵਾਸਤੇ ਉਹਨਾਂ ਨੇ ਲਾਲਚ ਦਿੱਤਾ। ਜਿਵੇਂ ਅੱਜ ਅਸੀਂ ਕਈ ਵਾਰੀ ਬੱਚੇ ਨੂੰ ਲਾਲਚ ਦਿੰਦੇ ਹਾਂ, ਜਦੋਂ ਸਕੂਲ ਜਾਣਾ ਹੋਵੇ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਹੋਮਵਰਕ ਕਰ, ਤੈਨੂੰ ਚਾਕਲੇਟ ਲੈ ਕੇ ਦਿਆਂਗਾ, ਤੈਨੂੰ ਵੱਡੀ ਚਾਕਲੇਟ ਲੈ ਕੇ ਦਿਆਂਗਾ। ਮਾਂ ਨੇ ਵੀ ਆਖਿਆ ਕਿ ਤੂੰ ਨਮਾਜ਼ ਪੜ੍ਹ, ਖੁਦਾ ਤੈਨੂੰ, ਉਹਨੇ ਇਹ ਨਹੀਂ ਕਿਹਾ ਕਿ ਮੈਂ ਤੈਨੂੰ ਸ਼ੱਕਰ ਦਿਆਂਗੀ। ਅਸੀਂ ਤੇ ਕਹਿੰਦੇ ਹਾਂ ਮੈਂ ਤੈਨੂੰ ਚਾਕਲੇਟ ਲੈ ਕੇ ਦਊਂ, ਪਰ ਮਾਂ ਨੇ ਇਹ ਨਹੀਂ ਕਿਹਾ ਮੈਂ ਸ਼ੱਕਰ ਦਿਆਂਗੀ। ਮਾਂ ਨੇ ਕਿਹਾ ਕਿ ਜੇ ਤੂੰ ਨਮਾਜ਼ ਪੜ੍ਹੇਗਾ ਤੇ ਖੁਦਾ ਅੱਲਾਹ ਤਾਲਾ ਤੈਨੂੰ ਸ਼ੱਕਰ ਦੇਵੇਗਾ। ਉਹ ਕਹਿੰਦਾ ਅੱਛਾ ਏਦਾਂ ਵੀ ਹੁੰਦਾ? ਮਾਂ ਨੇ ਆਖਿਆ ਹਾਂ ਹੁੰਦਾ। ਤੇ ਕਹਿੰਦੇ ਬਾਬਾ ਫਰੀਦ ਜੀ ਮੁਸੱਲਾ ਵਿਛਾ ਕੇ ਬੈਠ ਗਏ। ਮੁਸੱਲਾ ਹੁੰਦਾ ਜਿਹੜਾ ਜ਼ਮੀਨ ਤੇ ਕੱਪੜਾ ਵਿਛਾਇਆ ਜਾਂਦਾ ਹੈ ਨਮਾਜ਼ ਪੜ੍ਹਨ ਲੱਗਿਆ। ਜ਼ਮੀਨ ਦੇ ਉੱਤੇ ਕੱਪੜਾ ਵਿਛਾਇਆ ਜਾਂਦਾ, ਕੱਪੜੇ ਉੱਤੇ ਬੈਠ ਕੇ ਹੀ ਨਮਾਜ਼ ਅਦਾ ਕੀਤੀ ਜਾਂਦੀ, ਨਮਾਜ਼ ਪੜ੍ਹੀ ਜਾਂਦੀ। ਉਹ ਜਿਹੜਾ ਕੱਪੜਾ ਵਿਛਾਇਆ ਉਹਨੂੰ ਮੁਸੱਲਾ ਕਹਿੰਦੇ ਨੇ, ਕਈ ਚੱਦਰ ਵੀ ਕਹਿ ਦਿੰਦੇ ਨੇ। ਉਸ ਚੱਦਰ ਉੱਤੇ, ਉਸ ਮੁਸੱਲੇ ਉੱਤੇ ਬੈਠ ਕੇ ਜਦੋਂ ਬਾਬਾ ਫਰੀਦ ਜੀ ਨਮਾਜ਼ ਪੜ੍ਹਦੇ ਨੇ ਤੇ ਮਾਂ ਨੇ ਜਦੋਂ ਸਮਝਾਇਆ ਕਿ ਅੱਖਾਂ ਬੰਦ ਕਰਕੇ ਉਸ ਅੱਲਾ ਦਾ, ਖੁਦਾ ਦਾ ਧਿਆਨ ਕਰ ਤੇ ਫਿਰ ਨਮਾਜ਼ ਪੜ੍ਹ। ਹੁਣ ਉਹਨੇ ਅੱਖਾਂ ਬੰਦ ਕੀਤੀਆਂ ਤੇ ਮਾਂ ਨੇ ਸ਼ੱਕਰ ਦੀ ਪੁੜੀ ਮੁਸੱਲੇ ਦੇ ਹੇਠਾਂ ਰੱਖ ਦਿੱਤੀ ਤੇ ਨਮਾਜ਼ ਪੜ੍ਹ ਕੇ ਜਦੋਂ ਉਹਨੇ ਮੁਸੱਲਾ ਚੱਕਿਆ ਤੇ ਥੱਲੇ ਪੁੜੀ। ਬਾਬਾ ਫਰੀਦ ਜੀ ਉਹ ਪੁੜੀ ਵੱਲ ਵੇਖ ਕੇ ਹੈਰਾਨ ਹੋਏ ਤੇ ਜਦੋਂ ਪੁੜੀ ਵੇਖੀ ਖੋਲ ਕੇ ਤੇ ਸ਼ੱਕਰ, ਮਿੱਠਾ, ਉਹ ਉਹਨਾਂ ਦੀ ਪਸੰਦ ਸੀ। ਉਹਨਾਂ ਦੀ ਪਸੰਦ ਸੀ, ਇਸ ਕਰਕੇ ਉਹਨਾਂ ਨੂੰ ਬੜਾ ਚੰਗਾ ਲੱਗਾ। ਉਹਨਾਂ ਨੇ ਰੋਜ਼ ਨਮਾਜ਼ ਪੜ੍ਹਨੀ ਸ਼ੁਰੂ ਕਰ ਦਿੱਤੀ। ਮਾਂ ਨੇ ਰੋਜ਼ ਸ਼ੱਕਰ ਰੱਖਣੀ ਸ਼ੁਰੂ ਕਰ ਦਿੱਤੀ। ਅੱਗੇ ਤਾਂ ਕਦੀ ਹੁੰਦਾ ਸੀ ਵੀ ਦਿਨ ਵਿੱਚ ਇੱਕ ਵਾਰ, ਤੇ ਜਦੋਂ ਥੋੜਾ ਸਮਾਂ ਬੀਤ ਗਿਆ ਨਾ ਤੇ ਬਾਬਾ ਫਰੀਦ ਜੀ ਦਿਨ ਵਿੱਚ 2 ਜਾਂ 3 ਵਾਰ ਵੀ ਨਮਾਜ਼ ਪੜ੍ਹਨ ਲੱਗ ਗਏ। ਕਿਉਂਕਿ ਜਦੋਂ ਉਹਨਾਂ ਦਾ ਮਨ ਕਰਨਾ ਨਾ ਸ਼ੱਕਰ ਚਾਹੀਦੀ, ਸ਼ੱਕਰ ਖਾਣੀ ਹੈ, ਤੇ ਨਾ ਉਹ ਮਾਂ ਕੋਲ ਜਾਂਦੇ ਸਨ, ਨਾ ਕਦੇ ਰਸੋਈ ਵੱਲ ਜਾਂਦੇ ਸਨ। ਉਹ ਮੁਸੱਲਾ ਚੱਕਦੇ ਸੀ ਤੇ ਇਬਾਦਤ ਨੂੰ ਬੈਠ ਜਾਂਦੇ ਸੀ, ਨਮਾਜ਼ ਪੜ੍ਹਨ ਬੈਠ ਜਾਂਦੇ ਸੀ। ਹੌਲੀ ਹੌਲੀ ਉਹ 5 ਸਮੇਂ ਦੇ ਨਮਾਜ਼ੀ ਬਣ ਗਏ ਸਨ। ਮਾਂ ਨੂੰ ਫਿਕਰ ਰਹਿੰਦਾ ਸੀ ਕਿ ਹੁਣ ਸ਼ੇਖ ਫਰੀਦ ਨੂੰ ਜਦੋਂ ਵੀ ਸ਼ੱਕਰ ਚਾਹੀਦੀ ਹੁੰਦੀ ਹੈ ਉਦੋਂ ਹੀ ਮੁਸੱਲਾ ਚੱਕ ਲੈਂਦਾ ਹੈ, ਉਦੋਂ ਹੀ ਨਮਾਜ਼ ਪੜ੍ਹ ਲੈਂਦਾ ਹੈ। ਇਹ ਤਾਂ ਦਿਨ ਵਿੱਚ 5 ਵਾਰੀ ਨਹੀਂ, 7-7 ਵਾਰੀ ਵੀ ਨਮਾਜ਼ ਪੜ੍ਹਨ ਲੱਗ ਗਿਆ ਹੈ। ਤੇ ਮਾਂ ਸ਼ੱਕਰ ਰੱਖਦੀ ਰਹੀ। ਬਸ ਇੱਕ ਦਿਨ ਕਹਿੰਦੇ ਐਸਾ ਆਇਆ ਸੀ ਕਿ ਮਾਂ ਇੱਥੇ ਨਹੀਂ ਸੀ, ਦੂਰ ਕਿਤੇ ਵਾਂਢੇ ਗਈ ਸੀ। ਤੇ ਸ਼ੇਖ ਫਰੀਦ ਨੇ ਜਦੋਂ ਨਮਾਜ਼ ਪੜ੍ਹੀ, ਮੁਸੱਲਾ ਚੱਕਿਆ ਤੇ ਅੱਜ ਸ਼ੱਕਰ ਨਹੀਂ ਆਈ। ਕਿਉਂਕਿ ਕੌਣ ਦੱਸੇ ਕਿ ਉਹ ਤਾਂ ਮਾਂ ਰੱਖਦੀ ਸੀ ਸ਼ੱਕਰ, ਮਾਂ ਸ਼ੱਕਰ ਰੱਖਦੀ ਸੀ। ਉਹਨੇ ਸੋਚਿਆ ਕਿ ਮੇਰੇ ਕੋਲ ਗਲਤੀ ਹੋਈ। ਕਈ ਸਾਖੀ ਇਹ ਸੁਣਾਉਂਦੇ ਨੇ ਕਿ ਮਾਂ ਨੇ ਨਹੀਂ ਰੱਖੀ, ਫਿਰ ਵੀ ਉੱਥੋਂ ਥੱਲੇ ਸ਼ੱਕਰ ਨਿਕਲ ਆਈ ਤੇ ਜਿਹੜੀ ਸ਼ੱਕਰ ਨੂੰ ਖਾ ਕੇ ਫਰੀਦ ਨੂੰ ਗਿਆਨ ਹੋ ਗਿਆ, ਫਰੀਦ ਜਿਹੜਾ ਗੱਦ ਹੋ ਗਿਆ। ਪਰ ਏਦਾਂ ਨਹੀਂ ਹੈ। ਗੱਲ ਇਹ ਹੈ ਕਿ ਇੱਕ ਵਾਰ ਨਮਾਜ਼ ਪੜ੍ਹੀ, ਸ਼ੱਕਰ ਨਹੀਂ ਆਈ। ਉਹਨੇ ਫਿਰ ਦੂਜੀ ਵਾਰ ਨਮਾਜ਼ ਪੜ੍ਹੀ, ਕਹਿਣ ਲੱਗਾ ਜ਼ਰੂਰ ਕੋਈ ਮੇਰੇ ਕੋਲੋਂ ਮਿਸਟੇਕ, ਜ਼ਰੂਰ ਮੇਰੇ ਕੋਲੋਂ ਕੋਈ ਗਲਤੀ ਹੋ ਰਹੀ ਹੈ। ਕਿਉਂਕਿ ਕਦੀ ਏਦਾਂ ਹੋਇਆ ਹੀ ਨਹੀਂ ਕਿ ਮੈਂ ਨਮਾਜ਼ ਪੜ੍ਹੀ ਹੋਵੇ ਤੇ ਸ਼ੱਕਰ ਨਾ ਆਈ ਹੋਵੇ, ਸ਼ੱਕਰ ਦੀ ਪੁੜੀ ਨਾ ਮਿਲੇ। ਅੱਜ ਜੇ ਨਹੀਂ ਮਿਲ ਰਹੀ ਹੈ ਤੇ ਜ਼ਰੂਰ ਮੇਰੇ ਕੋਲੋਂ ਕੋਈ ਗਲਤੀ ਹੈ। ਤੇ ਹੁਣ ਉਹ ਗਲਤੀ ਨੂੰ ਦੂਰ ਕਰਨ ਵਾਸਤੇ ਬਾਬਾ ਫਰੀਦ ਜੀ ਬਾਰ-ਬਾਰ ਨਮਾਜ਼ ਪੜ੍ਹਦੇ ਨੇ, ਬਾਰ-ਬਾਰ ਨਮਾਜ਼ ਗੁਜ਼ਾਰਦੇ ਨੇ। ਜਿਵੇਂ 1 ਵਾਰ, 2 ਵਾਰ, 3 ਵਾਰ, 4 ਵਾਰ ਨਮਾਜ਼ ਗੁਜ਼ਾਰੀ ਹੈ ਨਾ, ਬਸ ਉਸ ਤੋਂ ਬਾਅਦ ਕਹਿੰਦੇ ਉਹਨਾਂ ਦੇ ਅੰਦਰੋਂ ਹੀ ਅਕਾਲ ਪੁਰਖ ਨਿਰੰਕਾਰ ਦੀ ਰੱਬੀ ਜੋਤ ਪੈਦਾ ਹੋਈ ਹੈ। ਭਾਵ ਅੰਦਰੋਂ ਰਸ ਪੈਦਾ ਹੋਇਆ, ਜਿਹਨੂੰ ਨਾਮ ਰਸ, ਅੰਮ੍ਰਿਤ ਰਸ, ਗਿਆਨ ਰਸ ਕਿਹਾ ਜਾਂਦਾ ਹੈ। ਉਹਨਾਂ ਨੂੰ ਗਿਆਨ ਹੋ ਗਿਆ, ਉਹਨਾਂ ਨੂੰ ਚਾਨਣ ਹੋ ਗਿਆ, ਉਹਨਾਂ ਨੂੰ ਪਤਾ ਲੱਗ ਗਿਆ
खुदा बारे, अकाल पुरख बारे, निरंकार बारे। बस जिस दिन ज्ञान होया, बस उसे दिन ही ਉਹਨਾਂ ਦਾ ਜੀਵਨ ਪਲਟ ਗਿਆ, ਜੀਵਨ ਬਦਲ ਗਿਆ। ਮਾਂ ਮਰੀਅਮ ਬਾਹਰੋਂ ਆਈ ਹੈ, ਉਹਨੇ ਵੇਖਿਆ ਕਿ ਇਹ ਨਮਾਜ਼ ਪੜ੍ਹਦਾ ਪਿਆ, ਤੇ ਉਸੇ ਸਮੇਂ ਘਬਰਾ ਗਈ। ਕਹਿਣ ਲੱਗੀ, ਪੁੱਤਰ ਨਮਾਜ਼ ਗੁਜ਼ਾਰ ਲਈਏ, ਨਮਾਜ਼ ਪੜ੍ਹ ਲਈਏ? ਕਹਿਣ ਲੱਗਾ, ਹਾਂ ਮਾਂ, ਨਮਾਜ਼ ਵੀ ਪੜ੍ਹ ਲਈ ਅਤੇ ਸ਼ੱਕਰ ਵੀ ਖਾ ਲਈ। ਕਹਿਣ ਲੱਗੀ, ਸ਼ੱਕਰ ਕਿੱਥੋਂ ਆਈ? ਤੇ ਕਹਿਣ ਲੱਗੇ, ਮਾਂ ਅੱਜ ਉਹ ਸ਼ੱਕਰ ਖਾਧੀ ਏ ਜਿਹੜੀ ਹਕੀਕਤ ਵਿੱਚ ਸ਼ੱਕਰ ਹੁੰਦੀ ਹੈ। ਉੱਥੇ ਸ਼ਲੋਕ ਜਿਹੜਾ ਬਾਬਾ ਫਰੀਦ ਜੀ ਦਾ ਸ਼ਲੋਕਾਂ ਵਿੱਚ ਦਰਜ ਹੈ ਨਾ, ਕਿ ਜਿਹਦੇ ਵਿੱਚ ਕਹਿੰਦੇ ਨੇ ਕਿ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁਧ। ਕਹਿੰਦੇ, ਮਾਂ ਮੈਂ ਵੇਖ ਲਿਆ ਸ਼ੱਕਰ ਵੀ ਮਿੱਠੀ ਹੈ, ਦੁੱਧ ਵੀ ਮਿੱਠਾ ਹੈ, ਸ਼ਹਿਦ ਵੀ ਮਿੱਠਾ ਹੈ, ਪਰ ਸੱਚ ਜਾਣੀ ਅੱਜ ਜਿਹੜੀ ਮਿਠਾਸ ਮਿਲੀ ਹੈ ਨਾ ਮਾਂ, ਉਹਦੇ ਸਾਹਮਣੇ ਸ਼ੱਕਰ ਵੀ ਫਿੱਕੀ ਪੈ ਗਈ ਹੈ, ਸ਼ਹਿਦ ਵੀ ਫਿੱਕਾ ਪੈ ਗਿਆ ਹੈ। ਬਸ ਜਦੋਂ ਇਹ ਗੱਲ ਸੁਣੀ ਹੈ ਨਾ, ਤੇ ਮਾਤਾ ਮਰੀਅਮ ਨੇ ਆਪਣੇ ਗਲ ਨਾਲ ਲਾ ਲਿਆ, ਮੱਥਾ ਚੁੰਮਿਆ ਫਰੀਦ ਦਾ, ਤੇ ਫਰੀਦ ਨੂੰ ਅਸੀਸ ਦਿੱਤੀ ਹੈ। ਉਹ ਬਾਬਾ ਫਰੀਦ ਜੀ ਜਿਹਨੂੰ ਮਾਂ ਨੇ ਇੱਕ ਧਰਮੀ ਪੁਰਸ਼ ਬਣਾਇਆ ਹੈ। ਮਰੀਅਮ ਚਾਹੁੰਦੀ ਸੀ ਕਿ ਮੇਰਾ ਪੁੱਤਰ ਇੱਕ ਧਰਮੀ ਪੁਰਸ਼ ਬਣੇ, ਇਹ ਬਣਾਉਣਾ ਚਾਹੁੰਦੀ ਸੀ, ਅਤੇ ਉਸ ਮਹਾਨ ਮਾਂ ਦੀ ਕੋਸ਼ਿਸ਼ ਦਾ ਹੀ ਨਤੀਜਾ ਸੀ ਕਿ ਸ਼ੇਖ ਫਰੀਦੁਦੀਨ ਇੱਕ ਮਹਾਨ ਸੂਫੀ ਫਕੀਰ ਹੋਏ ਅਤੇ ਬਾਬਾ ਸ਼ੇਖ ਫਰੀਦ ਜੀ ਦੇ ਨਾਮ ਨਾਲ ਮਸ਼ਹੂਰ ਹੋਏ, ਕਿਉਂਕਿ ਇਹਨਾਂ ਦੇ ਪਿਤਾ ਜਿਹੜੇ ਸਨ ਨਾ, ਉਹ ਵੀ ਸੂਫੀ ਫਕੀਰ ਸਨ। ਤੇ ਸੂਫੀ ਖਿਆਲ ਕਰ ਲੈਣਾ, ਸੂਫੀ ਕਿਹਨੂੰ ਕਹਿੰਦੇ ਨੇ? ਆਪਾਂ ਸਿਰਫ ਸੂਫੀ ਸੁਣਿਆ। ਸੂਫੀ ਕਹਿੰਦੇ ਨੇ ਜਿਹੜਾ ਗਲ ਵਿੱਚ ਸੂਫ ਪਾ ਕੇ ਰੱਖਦਾ। ਸੂਫ ਉੱਨ ਦਾ ਬੁਣਿਆ ਹੋਇਆ ਇੱਕ ਕੰਬਲ ਹੁੰਦਾ ਹੈ, ਇੱਕ ਲੋਈ ਹੁੰਦੀ ਹੈ ਜਿਹਨੂੰ ਸੂਫ ਕਿਹਾ ਜਾਂਦਾ ਹੈ, ਇੱਕ ਖੇਸ ਜਿਹਾ ਹੁੰਦਾ ਹੈ ਜਿਹਨੂੰ ਸੂਫ ਕਿਹਾ ਜਾਂਦਾ। ਸੂਫੀ ਫਕੀਰ ਉਹਨੂੰ ਕਿਹਾ ਜਾਂਦਾ ਹੈ ਜਿਹਨੇ ਉਹ ਖੇਸੀ ਲਈ ਹੋਈ ਹੈ ਉੱਨ ਦੀ, ਬਸ ਉਹ ਖੇਸੀ ਲੈ ਕੇ ਜੀਵਨ ਬਤੀਤ ਕਰਦੇ ਨੇ। ਜਦੋਂ ਜ਼ਰੂਰਤ ਪੈਂਦੀ ਹੈ ਥੱਲੇ ਵਿਛਾ ਲੈਂਦੇ ਨੇ, ਜਦੋਂ ਜ਼ਰੂਰਤ ਪੈਂਦੀ ਉੱਤੇ ਲੈ ਲੈਂਦੇ ਨੇ। ਪਰ ਇਹਦੇ ਨਾਲ ਇੱਕ ਮਰਿਆਦਾ ਜੁੜੀ ਹੋਈ ਹੈ ਕਿ ਜਿਸ ਤਰ੍ਹਾਂ ਉਹ ਸੂਫੀ ਫਕੀਰ ਨੇ ਸੂਫ ਲਈ ਹੋਈ ਹੈ ਨਾ, ਇਸੇ ਤਰ੍ਹਾਂ ਮਨ ਨੂੰ ਵੀ ਉਹਨਾਂ ਨੇ ਸੂਫ ਦਿੱਤੀ ਹੁੰਦੀ ਹੈ। ਮਨ ਨੂੰ ਵਿਕਾਰਾਂ ਤੋਂ ਹਟਾਇਆ ਹੁੰਦਾ ਹੈ। ਮਨ ਜਿਹੜਾ ਹੈ ਉਹ ਦੁਈ ਦੁਵੈਸ਼ ਤੋਂ ਦੂਰ ਹੁੰਦਾ ਹੈ। ਸੂਫੀ ਫਕੀਰਾਂ ਵਿੱਚ ਕੱਟੜਤਾ ਨਹੀਂ ਹੁੰਦੀ। ਇਹ ਧਿਆਨ ਰੱਖ ਲੈਣਾ ਕਿ ਸੂਫੀ ਫਕੀਰ ਅੰਦਰ, ਸੂਫੀ ਮੁਸਲਮਾਨ ਅੰਦਰ ਕੱਟੜਤਾ ਨਹੀਂ ਹੁੰਦੀ। ਉਹ ਮਰਨ ਮਾਰਨ ਵਾਲੀ ਤਰਜੀਹ ਤੇ ਨਹੀਂ ਤੁਰਦਾ। ਉਹ ਜਾਣਦਾ ਹੈ ਕਿ ਖੁਦਾ, ਅਕਾਲ ਪੁਰਖ, ਨਿਰੰਕਾਰ, ਅੱਲਾ ਸਾਰਿਆਂ ਵਿੱਚ ਹੈ, ਸਾਰੀ ਦੁਨੀਆ ਉਸੇ ਦੀ ਹੈ। ਉਹ ਜਾਣਦਾ ਹੈ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਸ ਵਾਸਤੇ ਸੂਫੀ ਫਕੀਰਾਂ ਵਿੱਚ, ਸੂਫੀ ਮੁਸਲਮਾਨਾਂ ਦੇ ਵਿੱਚ ਈਸਾਈ ਵੀ ਮਿਲ ਜਾਂਦੇ ਨੇ, ਸੂਫੀ ਮੁਸਲਮਾਨਾਂ ਵਿੱਚ ਯਹੂਦੀ ਵੀ ਮਿਲਦੇ ਨੇ, ਸੂਫੀਆਂ ਦੇ ਵਿੱਚ ਮੁਸਲਮਾਨ ਵੀ ਮਿਲਦੇ ਨੇ, ਸੂਫੀਆਂ ਵਿੱਚ ਹਿੰਦੂ ਲੋਕ ਵੀ ਮਿਲਦੇ ਨੇ, ਤੇ ਸੂਫੀਆਂ ਦੇ ਵਿੱਚ ਜੈਨੀ ਬੋਧੀ ਵੀ ਮਿਲਦੇ ਨੇ। ਜਿਹੜੇ ਸੂਫੀ ਹੋ ਜਾਂਦੇ ਨੇ ਨਾ, ਉਹ ਸਾਰਿਆਂ ਦੇ ਸਾਂਝੇ ਹੋ ਜਾਂਦੇ ਨੇ। ਬਾਬਾ ਫਰੀਦ ਜੀ ਦੇ ਪਿਤਾ ਵੀ ਸੂਫੀ ਫਕੀਰ ਸਨ। ਇਹਨਾਂ ਨੇ ਇੱਕ ਧਾਰਮਿਕ ਪੁਸਤਕ ਵੀ ਲਿਖੀ ਸੀ। ਉਹ ਧਾਰਮਿਕ ਪੁਸਤਕ ਜਿਹਦਾ ਨਾਮ ਮੈਨੂੰ ਯਾਦ ਨਹੀਂ ਹੈ ਕਿ ਕੀ ਹੈ, ਪਰ ਇੱਕ ਪੁਸਤਕ ਇਹਨਾਂ ਦੇ ਪਿਤਾ ਜੀ ਨੇ ਧਾਰਮਿਕ ਲਿਖੀ ਸੀ, ਧਰਮ ਦੇ ਨਾਂ ਤੇ। ਉਹ ਵੀ ਸੂਫੀ ਫਕੀਰ ਸਨ, ਤੇ ਬਾਬਾ ਫਰੀਦ ਜੀ ਵੀ ਸੂਫੀ ਫਕੀਰ ਬਣੇ। ਤੇ ਬਾਬਾ ਫਰੀਦ ਜੀ ਕੁਤੁਬਦੀਨ, ਕਾਕਾ ਕੁਤੁਬਦੀਨ, ਉਹਨਾਂ ਦੇ ਇਹ ਮੁਰਸ਼ਦ ਬਣੇ ਨੇ। ਉਹਨਾਂ ਨੂੰ ਇਹਨਾਂ ਨੇ ਗੁਰੂ ਧਾਰਨ ਕੀਤਾ ਹੈ, ਕੁਤੁਬਦੀਨ ਨੂੰ। ਹੁਣ ਇਹ ਸੂਫੀ ਫਕੀਰ ਬਾਬਾ ਫਰੀਦ ਜੀ, ਜਿਨ੍ਹਾਂ ਦੇ ਨਾਂ ਜਿਹੜੇ ਬਾਬਾ ਫਰੀਦ ਜੀ ਦੇ ਨਾਮ ਨਾਲ ਮਸ਼ਹੂਰ ਹੋਏ ਨੇ ਨਾ, ਇਹ ਬਾਬਾ ਫਰੀਦ ਜੀ, ਆਪ ਜੀ ਨੂੰ ਲੋਕ ਮਸੂਦ ਸੁਲੇਮਾਨੀ ਵੀ ਕਹਿੰਦੇ ਸਨ, ਕਿਉਂਕਿ ਇਹਨਾਂ ਦਾ ਪਹਿਲਾ ਨਾਮ ਸੀ ਮਸੂਦ ਸੁਲੇਮਾਨੀ। ਇਸ ਵਾਸਤੇ ਕਈ ਲੋਕ ਇਹਨਾਂ ਨੂੰ ਮਸੂਦ ਸੁਲੇਮਾਨੀ ਵੀ ਕਹਿੰਦੇ ਸਨ, ਅਤੇ ਕਈ ਸ਼ੇਖ ਫਰੀਦ ਸ਼ੱਕਰਗੰਜ ਜਾਂ ਗੰਜ ਸ਼ੱਕਰ
ਵੀ ਕਿਹਾ ਜਾਂਦਾ ਸੀ। ਇਹਨਾਂ ਨੂੰ ਸ਼ੇਖ ਫਰੀਦ ਸ਼ੱਕਰਗੰਜ ਜਾਂ ਗੰਜ ਸ਼ੱਕਰ ਵੀ ਕਿਹਾ ਜਾਂਦਾ ਸੀ। ਹੁਣ ਇਹਦੇ ਨਾਲ ਕਈ ਗੱਲਾਂ ਜੁੜੀਆਂ, ਕਈ ਕਹਾਣੀਆਂ ਜੁੜੀਆਂ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਕੋਈ ਕਹਿੰਦਾ ਕਿ ਵਪਾਰੀ ਜਿਹਦਾ ਖੰਡ ਤੋਂ ਨਮਕ ਹੋ ਗਿਆ ਸੀ ਤੇ ਨਮਕ ਤੋਂ ਬਾਅਦ ਸ਼ੱਕਰ ਕਰ ਦਿੱਤੀ, ਤਾਂ ਕਰਕੇ ਇਹਨਾਂ ਦਾ ਨਾਮ ਸ਼ੱਕਰਗੰਜ ਪਿਆ। ਕਈ ਕਹਿੰਦੇ ਨੇ ਕਿ ਮਾਂ ਨੇ ਇਹਨਾਂ ਨੂੰ ਵਰਦਾਨ ਦਿੱਤਾ ਜਦੋਂ ਇਹਨਾਂ ਨੇ ਕਿਹਾ ਕਿ ਇਹ ਸ਼ੱਕਰ ਮਿੱਠੀ, ਇਹ ਸ਼ੱਕਰ ਜਿਹੜੀ ਹੈ ਇਹਦਾ ਮਿੱਠਾ ਘੱਟ ਹੈ, ਤੇ ਜਿਹੜੀ ਸ਼ੱਕਰ ਅੱਜ ਮੈਂ ਖਾਧੀ ਹੈ ਉਹ ਸ਼ੱਕਰ ਬਹੁਤ ਹੀ ਮਿੱਠੀ ਸੀ। ਤੇ ਮਾਂ ਨੇ ਕਿਹਾ ਤੂੰ ਮੇਰਾ ਸ਼ੱਕਰਗੰਜ ਹੈ। ਗੰਜ ਦਾ ਮਤਲਬ ਹੁੰਦਾ ਹੈ ਖਜ਼ਾਨਾ, ਗੰਜ ਦਾ ਮਤਲਬ ਹੁੰਦਾ ਹੈ ਢੇਰ। ਸ਼ੱਕਰਗੰਜ ਤੋਂ ਭਾਵ ਸ਼ੱਕਰ ਦਾ ਖਜ਼ਾਨਾ, ਸ਼ੱਕਰ ਦੀ ਖਾਣ, ਜਿੱਥੇ ਸ਼ੱਕਰ ਮੁੱਕ ਹੀ ਨਹੀਂ ਸਕਦੀ। ਹੋਰ ਵੀ ਕਈ ਕਹਾਣੀਆਂ ਇਹਦੇ ਨਾਲ ਜੁੜੀਆਂ ਨੇ, ਪਰ ਸੱਚ ਕੀ ਹੈ, ਹਕੀਕਤ ਇਹ ਹੈ ਕਿ ਬਾਬਾ ਫਰੀਦ ਜੀ ਦੀ ਹਰ ਗੱਲ ਵਿੱਚ ਪ੍ਰੇਮ ਹੈ। ਬਾਬਾ ਫਰੀਦ ਜੀ ਦੀ ਹਰ ਗੱਲ ਦੇ ਵਿੱਚ ਮਿਠਾਸ ਹੈ, ਅਤੇ ਮਿਠਾਸ ਵੀ ਸ਼ੱਕਰ ਵਰਗੀ ਹੈ। ਮਿਠਾਸ ਵੀ ਸ਼ੱਕਰ ਵਰਗੀ ਹੈ, ਜਿਹਦੇ ਕਰਕੇ ਅਨੇਕਾਂ ਫਕੀਰਾਂ ਨੇ ਜਦੋਂ ਬੈਠ ਕੇ ਇਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਉਸ ਵੇਲੇ ਇਹਨਾਂ ਨੂੰ ਕਿਹਾ ਕਿ ਤੁਹਾਡੇ ਮੂੰਹੋਂ ਨਿਕਲਦਾ ਹਰ ਬਚਨ ਜਿਹੜਾ ਹੈ ਨਾ, ਉਹ ਸ਼ੱਕਰ ਦੀ ਤਰ੍ਹਾਂ ਹੈ, ਉਹ ਸ਼ੱਕਰ ਦੀ ਤਰ੍ਹਾਂ ਮਿੱਠਾ ਹੈ। ਤੇ ਹੌਲੀ 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 ਕਰਦਿਆਂ ਇਹਨਾਂ ਨੂੰ ਸ਼ੱਕਰਗੰਜ ਕਹਿਣਾ ਸ਼ੁਰੂ ਕਰ ਦਿੱਤਾ, ਕਿਉਂਕਿ ਇਹ ਸ਼ੱਕਰ ਦਾ ਹੀ ਖਜ਼ਾਨਾ ਹੈ, ਇਹ ਸ਼ੱਕਰ ਦੀ ਹੀ ਖਾਣ ਹੈ। ਕੌਣ? ਬਾਬਾ ਫਰੀਦ ਜੀ, ਕਿਉਂਕਿ ਇਹਨਾਂ ਦੇ ਬੋਲਾਂ ਵਿੱਚ ਪਿਆਰ ਸੀ, ਇਹਨਾਂ ਦੇ ਬੋਲਾਂ ਵਿੱਚ ਹੀ ਮੁਹੱਬਤ ਸੀ। ਇਸ ਵਾਸਤੇ ਇਹਨਾਂ ਨੂੰ ਗੰਜੇ ਸ਼ੱਕਰ ਜਾਂ ਸ਼ੱਕਰਗੰਜ ਕਿਹਾ ਜਾਂਦਾ ਸੀ। ਤੇ ਬਾਬਾ ਫਰੀਦ ਜੀ ਦੇ ਜੀਵਨ ਦੇ ਨਾਲ ਇੱਕ ਨਹੀਂ ਅਨੇਕਾਂ ਹੀ ਕਰਾਮਾਤੀ ਕਹਾਣੀਆਂ ਜੋੜੀਆਂ ਜਾਂਦੀਆਂ ਹਨ, ਪਰ ਆਪ ਜੀ ਦੀਆਂ ਗਾਈਆਂ ਹੋਈਆਂ ਰੱਬੀ ਕਲਾਮਾਂ ਵਿੱਚ ਕਿਤੇ ਵੀ ਕਿਸੇ ਕਰਾਮਾਤ ਦਾ ਜ਼ਿਕਰ ਨਹੀਂ ਮਿਲਦਾ, ਜਿਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਕਰਾਮਾਤੀ ਕਹਾਣੀਆਂ ਨੂੰ ਲੇਖਕਾਂ ਨੇ ਜਨਮ ਦਿੱਤਾ ਹੈ, ਮੇਰੇ ਵਰਗਿਆਂ ਨੇ ਜਨਮ ਦਿੱਤਾ ਹੈ। ਆਪ ਜੀ ਇੱਕ ਸੂਫੀ ਸੰਤ ਹੋਣ ਕਰਕੇ ਰੱਬ ਦੀ ਇਬਾਦਤ ਜਾਂ ਖੁਦਾ ਦੀ ਬੰਦਗੀ ਗਾ ਗਾ ਕੇ ਕਰਦੇ ਸਨ। ਇਹ ਵੀ ਧਿਆਨ ਰੱਖਣਾ ਕਿ ਇਸਲਾਮ ਦੇ ਵਿੱਚ ਰਾਗ ਮਨਾ ਸੀ, ਇਸਲਾਮ ਦੇ ਵਿੱਚ ਗਾਣਾ ਮਨਾ ਸੀ, ਪਰ ਸੂਫੀ ਫਕੀਰ ਇਹ ਕਵਾਲ ਗਾਉਂਦੇ ਸਨ। ਜਿਹੜੇ ਸੂਫੀ ਫਕੀਰ ਨੇ ਇਹ ਰਾਗ ਗਾਉਂਦੇ ਸਨ, ਇਹ ਕਵਾਲੀਆਂ ਗਾਉਂਦੇ ਸਨ। ਬਸ ਇਹ ਸੂਫੀ ਫਕੀਰ ਵੱਖਰੇ ਸਨ ਇਸਲਾਮ ਨਾਲੋਂ, ਪਰ ਆਏ ਇਸਲਾਮ ਵਿੱਚੋਂ ਸਨ, ਆਏ ਇਸਲਾਮ ਵਿੱਚੋਂ ਸਨ। ਪਹਿਲੇ ਇਹਨਾਂ ਨੂੰ ਮਨਾ ਵੀ ਕੀਤਾ ਗਿਆ ਬਈ ਇਹ ਕੰਮ ਠੀਕ ਨਹੀਂ, ਜਦੋਂ ਰਾਗ ਮਨਾ ਹੈ ਤੇ ਤੁਸੀਂ ਕਿਉਂ ਗਾਉਂਦੇ ਹੋ, ਤੁਸੀਂ ਗਾਣਾ ਬੰਦ ਕਰੋ। ਪਰ ਜਦੋਂ ਵੱਡੇ ਵੱਡੇ ਰਾਜਿਆਂ ਨੇ ਵੇਖਿਆ ਕਿ ਇਹਨਾਂ ਦੇ ਅੰਦਰ ਕੱਟੜਤਾ ਨਹੀਂ ਹੈ, ਤੇ ਇਹਨਾਂ ਨਾਲ ਜੁੜ ਕੇ ਕਈ ਲੋਕ ਜਿਹੜੇ ਨੇ ਇਹਨਾਂ ਦੇ ਧਰਮ ਨੂੰ ਅਪਣਾ ਰਹੇ ਨੇ, ਕਈ ਲੋਕ ਜਿਹੜੇ ਮੁਸਲਮਾਨ ਬਣ ਰਹੇ ਨੇ, ਜਿਨ੍ਹਾਂ ਕਰਕੇ ਇਹਨਾਂ ਨੂੰ ਖੁੱਲ੍ਹ ਦੇ ਦਿੱਤੀ ਗਈ ਕਿ ਇਹ ਸੂਫੀ ਫਕੀਰ ਇਹ ਵੱਖਰੇ ਨੇ, ਹੈਨ ਮੁਸਲਮਾਨ, ਪਰ ਇਹ ਇੱਕ ਸਾਡੇ ਨਾਲੋਂ ਵੱਖਰੇ ਖਿੱਤੇ ਦੇ ਹੋਣ ਕਰਕੇ ਇਹਨਾਂ ਨੂੰ ਇਜਾਜ਼ਤ ਹੈ ਕਿ ਇਹ ਇਬਾਦਤ ਗਾ ਕੇ ਕਰ ਸਕਦੇ ਨੇ। ਕਈ ਜਗ੍ਹਾ ਤੇ ਇਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ, ਕਈ ਜਗ੍ਹਾ ਤੇ ਇਹਨਾਂ ਦੇ ਨਾਲ ਵੀ ਈਰਖਾਬਾਜ਼ੀ ਹੋਈ ਹੈ, ਇਹਨਾਂ ਦੇ ਨਾਲ ਵੀ ਦੁਸ਼ਮਣੀਆਂ ਕੱਢੀਆਂ ਗਈਆਂ ਨੇ। ਹੁਣ ਕਈ ਕਹਿਣ ਵਾਲੇ ਕਹਿ ਦਿੰਦੇ ਨੇ ਕਿ ਬਾਬਾ ਫਰੀਦ ਜੀ 12 ਸਾਲ ਦੇ ਸੀ ਤੇ ਜੰਗਲਾਂ ਵਿੱਚ ਚਲੇ ਗਏ, ਫਿਰ ਵਾਪਸ ਆਏ, ਫਿਰ 12 ਸਾਲ ਵਾਸਤੇ ਜੰਗਲਾਂ ਵਿੱਚ ਚਲੇ ਗਏ। ਕਹਾਣੀਆਂ ਬਣਾਈਆਂ ਨੇ ਨਾ, ਪਹਿਲਾਂ ਗਏ 12 ਸਾਲ ਤਪ ਕੀਤਾ ਤੇ 12 ਸਾਲ ਤੋਂ ਬਾਅਦ ਜਦੋਂ ਵਾਪਸ ਆਉਣ ਲੱਗੇ ਤੇ ਚਿੜੀਆਂ ਮਾਰ ਕੇ ਜਵਾ ਲਈਆਂ। ਉਹ ਹੁਣ ਚਿੜੀਆਂ ਮਾਰ ਕੇ ਜਵਾਨ ਦਾ ਹੰਕਾਰ ਹੋਇਆ, ਉਹ ਮਿਟਾਇਆ ਕਿਸੇ ਨੇ, ਉਹਨਾਂ ਨੂੰ ਫੀਲ ਹੋਇਆ, ਉਹ ਕਹਿੰਦੇ ਵਾਪਸ ਫਿਰ ਚਲੇ ਗਏ। 12 ਸਾਲ ਫਿਰ ਉਹਨਾਂ ਨੇ ਭਗਤੀ ਕੀਤੀ, ਤੇ ਜਦੋਂ 12 ਸਾਲ ਭਗਤੀ ਕਰਕੇ ਫਿਰ ਘਰ ਨੂੰ ਪਰਤੇ ਤੇ ਮਾਂ ਨੇ ਜਟਾਂ ਖੋਲਣ ਦੀ ਕੋਸ਼ਿਸ਼ ਕੀਤੀ ਤੇ ਵਾਲ ਖਿੱਚੇ ਗਏ, ਪੀੜ ਹੁੰਦੀ ਸੀ, ਹਾਏ ਆਖਿਆ। ਤੇ ਮਾਂ ਨੇ ਕਿਹਾ ਜਦੋਂ ਜੰਗਲ ਵਿੱਚ ਤੂੰ ਤੋੜ ਤੋੜ ਕੇ ਪੱਤੇ ਖਾਂਦਾ ਸੈਂ, ਦਰਖਤਾਂ ਤੋਂ ਫਲ ਤੋੜ ਕੇ ਖਾਂਦਾ ਸੈਂ, ਤੇ ਉਹ ਦਰਖਤਾਂ ਨੂੰ ਦਰਦ ਨਹੀਂ ਸੀ ਹੁੰਦਾ, ਉਹਨਾਂ ਨੂੰ ਪੀੜ ਨਹੀਂ ਸੀ ਹੁੰਦੀ,
ਉੱਥੇ ਹੀ ਕਹਿੰਦੇ ਮਾਂ ਨੂੰ ਆਖਿਆ ਕਿ ਮਾਂ ਮੇਰੀ ਤੇ ਤਪੱਸਿਆ ਅਜੇ ਅਧੂਰੀ ਹੈ, ਪੂਰੀ ਨਹੀਂ ਹੋਈ, ਵੀ ਹੁਣ ਮੈਂ ਪੱਤੇ ਵੀ ਨਹੀਂ ਖਾਣੇ। ਤੇ ਆਪਣੇ ਗਲ ਵਿੱਚ ਕਾਠ ਦੀ ਰੋਟੀ ਪਾ ਕੇ ਫਿਰ ਬਾਬਾ ਜੀ ਚਲੇ ਗਏ ਤੇ 12 ਸਾਲ ਫਿਰ ਬੰਦਗੀ ਕਰਦੇ ਰਹੇ। ਉਸ ਤੋਂ ਬਾਅਦ ਫਿਰ 12 ਸਾਲ ਖੂਹ ਵਿੱਚ ਲਟਕਦੇ ਰਹੇ। ਇਹ ਕਹਾਣੀਆਂ ਜਿਹੜੀਆਂ ਨੇ ਨਾ ਆਮ ਕਰਕੇ ਮਿਲਦੀਆਂ ਨੇ, ਪਰ ਸੱਚ ਇਹ ਹੈ ਕਿ ਬਾਬਾ ਫਰੀਦ ਜੀ ਦੀਆਂ ਕੋਈ 4 ਵਿਆਹ ਦੱਸਦਾ, ਕੋਈ 4 ਧਰਮ ਪਤਨੀਆਂ ਦੱਸਦਾ ਤੇ ਕੋਈ 5, ਕੋਈ 4 ਤੇ ਕੋਈ 5 ਇਹਨਾਂ ਦੀਆਂ ਧਰਮ ਪਤਨੀਆਂ ਸਨ। ਇਹਨਾਂ ਦੇ 5 ਪੁੱਤਰ ਤੇ 3 ਧੀਆਂ ਵੀ ਸਨ ਬਾਬਾ ਫਰੀਦ ਜੀ ਦੀਆਂ। ਤੇ ਜੇ ਸਾਰੀ ਜ਼ਿੰਦਗੀ ਉਹਨਾਂ ਨੇ ਜੰਗਲ ਵਿੱਚ ਗੁਜ਼ਾਰ ਦਿੱਤੀ ਤੇ ਆ ਪਰਿਵਾਰ ਕਿਵੇਂ ਆਇਆ? ਸੋਚਣ ਵਾਲੀਆਂ ਗੱਲਾਂ ਨੇ ਨਾ। ਹੁਣ ਆਪਾਂ ਉਧਰ ਨੂੰ ਨਹੀਂ ਜਾ ਸਕਦੇ। ਜੇ ਤੁਸੀਂ ਬਾਬਾ ਫਰੀਦ ਜੀ ਦੇ ਜੀਵਨ ਬਾਰੇ ਜਾਣਨਾ ਤੇ ਅੱਜ ਸੋਸ਼ਲ ਮੀਡੀਆ ਬੜਾ ਅੱਗੇ ਹੈ। ਅੱਜ ਤੁਸੀਂ ਗੂਗਲ ਤੇ ਜਾ ਕੇ, ਅੱਜ ਤੁਸੀਂ YouTube ਤੇ ਜਾ ਕੇ ਸਰਚ ਕਰ ਸਕਦੇ ਹੋ ਬਾਬਾ ਫਰੀਦ ਜੀ ਦਾ ਜੀਵਨ, ਤੇ ਤੁਹਾਨੂੰ ਪਤਾ ਲੱਗ ਜਾਏਗਾ। ਤੁਸੀਂ ਉਹ ਫਰੀਦ ਜੀ ਦੇ ਜੀਵਨ ਬਾਰੇ ਸੁਣੋ, ਕਈ ਕਹਾਣੀਆਂ ਮਿਲ ਜਾਣਗੀਆਂ। ਪਰ ਉਹਨਾਂ ਦਾ ਵਿਆਹ ਹੋਇਆ ਸੀ, ਉਹਨਾਂ ਦੇ ਬੱਚੇ ਹੋਏ ਸਨ, ਉਹਨਾਂ ਦੀਆਂ ਧੀਆਂ ਪੁੱਤ ਸਨ, ਇਹਦੇ ਵਿੱਚ ਕੋਈ ਵੀ ਝੂਠ ਨਹੀਂ। ਇੱਥੇ ਸਾਰਿਆਂ ਦੀ ਸਹਿਮਤੀ ਹੈ। ਕੋਈ ਵੀ ਇਹੋ ਜਿਹਾ ਨਹੀਂ ਜਿਹੜਾ ਇਹ ਗੱਲ ਕਵੇ ਕਿ ਬਾਬਾ ਫਰੀਦ ਜੀ ਦਾ ਵਿਆਹ ਨਹੀਂ ਸੀ ਹੋਇਆ, ਉਹਨਾਂ ਨੇ ਵਿਆਹ ਕਰਵਾਇਆ। ਠੀਕ ਹੈ ਨਾ। ਸੋ ਇਸ ਕਰਕੇ ਇਹ ਜਿਹੜੀਆਂ ਕਹਾਣੀਆਂ ਨੇ ਇਹ ਬੇਮਾਇਨੇ ਹੁੰਦੀਆਂ ਨੇ ਕਿ ਬਾਬਾ ਫਰੀਦ ਜੀ 12-12 ਸਾਲ ਇੱਦਾਂ ਬੰਦਗੀ ਕਰਦੇ ਰਹੇ, ਤਪ ਕਰਦੇ ਰਹੇ। ਤਪ ਤੇ ਬੰਦਗੀ ਚੀਜ਼ ਹੀ ਕੁਛ ਹੋਰ ਹੈ। ਜਿਨ੍ਹਾਂ ਨੇ ਬਾਣੀ ਨੂੰ ਸਮਝਿਆ ਉਹਨਾਂ ਨੂੰ ਪਤਾ ਲੱਗ ਗਿਆ। ਤੇ ਬਾਬਾ ਫਰੀਦ ਜੀ ਦੇ ਸ਼ਲੋਕਾਂ ਵਿੱਚ ਵੀ ਇਹ ਇਸ਼ਾਰੇ ਮਿਲਦੇ ਨੇ ਕਿ ਇਹੋ ਜਿਹਾ ਤਪ ਬਾਬਾ ਫਰੀਦ ਜੀ ਨਹੀਂ ਕਰ ਸਕਦੇ। ਆਪ ਜੀ ਇੱਕ ਸੂਫੀ ਫਕੀਰ ਹੋਣ ਕਰਕੇ ਰੱਬ ਦੀ ਇਬਾਦਤ, ਖੁਦਾ ਦੀ ਬੰਦਗੀ ਜਿਹੜੀ ਹੈ ਨਾ ਗਾ ਗਾ ਕੇ ਕਰਦੇ ਸਨ। ਇਸੇ ਕਰਕੇ ਇਹਨਾਂ ਨੇ ਰਾਗਾਂ ਵਿੱਚ ਸ਼ਬਦ ਵੀ ਗਾਏ ਨੇ, ਕਲਾਮਾਂ ਗਾਈਆਂ ਨੇ, ਕਵਾਲ ਗਾਏ ਨੇ। ਆਪ ਜੀ ਵੱਲੋਂ ਗਾਏ ਗਏ 4 ਸ਼ਬਦ ਅਤੇ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਹਨ। 2 ਸ਼ਬਦ ਆਸਾ ਰਾਗ ਵਿੱਚ ਹਨ। ਪਹਿਲਾ ਸ਼ਬਦ ਕਿਹੜਾ ਹੈ? ਦਿਲੋਂ ਮੁਹੱਬਤ। ਹੁਣ ਬਾਣੀ ਦੇ ਅੰਦਰ ਵੀ ਪਹਿਲਾ ਸ਼ਬਦ ਇਹੀ ਹੈ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ। ਹੁਣ ਧਿਆਨ ਕਰਨਾ ਕਿ ਬਾਬਾ ਫਰੀਦ ਜੀ ਸ਼ੱਕਰਗੰਜ ਹਨ ਕਿ ਨਹੀਂ। ਜਦੋਂ ਆਰੰਭਤਾ ਕਰਦੇ ਨੇ ਨਾ ਤੇ ਦਿਲ ਤੋਂ ਕਰਦੇ ਨੇ, ਤੇ ਫਿਰ ਦੂਸਰੀ ਗੱਲ ਮੁਹੱਬਤ ਤੋਂ ਕਰਦੇ ਨੇ। ਦਿਲੋਂ ਮੁਹੱਬਤ। ਮੁਹੱਬਤ ਕਿਹਨੂੰ ਕਹਿੰਦੇ ਨੇ? ਪ੍ਰੇਮ ਨੂੰ। ਮੁਹੱਬਤ ਕਿਹਦਾ ਨਾਂ ਹੈ? ਪਿਆਰ ਦਾ। ਦਿਲੋਂ ਮੁਹੱਬਤ ਜਿਨ੍ਹਾਂ ਦੀ ਮੁਹੱਬਤ ਦਿਲੋਂ ਹੈ, ਸਹੀ ਸੱਚਿਆ, ਕਹਿੰਦੇ ਉਹੀ ਸੱਚੇ ਨੇ। ਤੇ ਜਿਨ ਮਨ ਹੋਰ ਮੁਖ ਹੋਰ, ਬਾਣੀ ਅੰਦਰ ਪਹਿਲਾ ਸ਼ਬਦ ਬਾਬਾ ਫਰੀਦ ਜੀ ਦਾ। ਕਹਿੰਦੇ ਜਿਨ੍ਹਾਂ ਦਾ ਮਨ ਹੋਰ ਹੈ ਤੇ ਮੁਖ ਹੋਰ ਹੈ, ਭਾਵ ਮਨ ਵਿੱਚ ਖਿਆਲ ਕੁਝ ਹੋਰ ਚੱਲ ਰਿਹਾ, ਮੂੰਹ ਤੇ ਗੱਲ ਕੁਝ ਹੋਰ ਹੈ। ਮੂੰਹ ਤੇ ਤਾਂ ਵਡਿਆਈ ਕਰ ਰਿਹਾ ਬੰਦਾ। ਆਪਾਂ ਵੇਖਿਆ ਨਾ ਕਈ ਵਾਰੀ ਕਿਸੇ ਦੇ ਘਰ ਜਾਂਦਾ ਬੰਦਾ, ਮੂੰਹ ਤੋਂ ਤਾਂ ਵਧਾਈ ਦੇ ਰਿਹਾ ਹੁੰਦਾ ਕਿ ਤੁਹਾਨੂੰ ਜੀ ਬਹੁਤ ਬਹੁਤ ਵਧਾਈਆਂ ਜੇ, ਆ ਗੱਡੀ ਲੈ ਲਈ ਜੇ, ਪਰ ਮਨ ਕਹਿੰਦਾ ਹੁੰਦਾ ਵੀ ਗੱਡੀ ਨੂੰ ਅੱਗ ਲੱਗ ਜਾਏ। ਮਨ ਕਹਿੰਦਾ ਹੁੰਦਾ ਨਾ ਕਿ ਇਹਨਾਂ ਦੀ ਗੱਡੀ ਨੂੰ ਅੱਗ ਲੱਗ ਜਾਏ, ਐਕਸੀਡੈਂਟ ਹੋ ਜਾਏ ਇਹਨਾਂ ਦੀ ਗੱਡੀ ਦਾ। ਹੁਣ ਮਨ ਕੁਝ ਹੋਰ ਕਹਿ ਰਿਹਾ ਤੇ ਮੂੰਹ ਤੋਂ ਬੰਦਾ ਕੁਝ ਹੋਰ ਕਹਿ ਰਿਹਾ। ਕਈ ਵਾਰੀ ਅਸੀਂ ਵੇਖਿਆ ਵੀ ਬੰਦਾ ਵਿਆਹ ਤੇ ਜਾਂਦਾ, ਵਿਆਹ ਤੇ ਜਾ ਕੇ ਮਾਂ ਪਿਓ ਨੂੰ ਬੱਚੇ ਦੇ ਵਿਆਹ ਦੀ ਵਧਾਈ ਦਿੰਦਾ, ਕਹਿੰਦਾ ਵੀ ਬਹੁਤ ਬਹੁਤ ਵਧਾਈਆਂ ਜੇ, ਆ ਮਹਾਰਾਜ ਨੇ ਸੁਣੀ ਹੈ, ਗੁਰੂ ਨੇ ਸੁਣੀ ਹੈ, ਨਿਰੰਕਾਰ ਨੇ ਸੁਣੀ ਹੈ, ਪੁੱਤ ਦਾ ਵਿਆਹ ਕਰ ਰਹੇ ਹੋ, ਤੁਹਾਨੂੰ ਬੜੀਆਂ ਬੜੀਆਂ ਵਧਾਈਆਂ। ਹੁਣ ਮੂੰਹ ਤੋਂ ਵਧਾਈਆਂ ਦੇ ਰਹੇ ਹੁੰਦੇ ਨੇ ਤੇ ਅੰਦਰ ਕਲਪਦਾ ਹੁੰਦਾ, ਅੰਦਰ ਇਹ ਕਹਿੰਦਾ ਹੁੰਦਾ ਕਿ ਇਹਦਾ ਹੀ ਪਹਿਲਾਂ ਹੋਣਾ ਸੀ ਵਿਆਹ, ਪਹਿਲਾਂ ਮੇਰੇ ਮੁੰਡੇ ਦਾ ਹੋ ਜਾਂਦਾ ਤਾਂ ਕੀ ਸੀ, ਇਹਦਾ ਪਹਿਲਾਂ ਹੀ ਹੋ ਗਿਆ। ਕਾਸ਼ ਕਿਤੇ ਹੁਣ ਵੀ ਇਹਦੀ ਭਾਨੀ ਵੱਜ ਜਾਏ ਨਾ, ਕਿ ਇਹਦੀ ਮੰਗਣੀ ਟੁੱਟ ਜਾਏ, ਇਹਦਾ ਵਿਆਹ ਟੁੱਟ ਜਾਏ, ਸਿਰੇ ਨਾ ਚੜੇ, ਫਿਰ ਮਜ਼ਾ ਆਵੇ। ਹੁਣ ਅੰਦਰ ਕੁਝ ਹੋ ਰਿਹਾ, ਬਾਹਰੋਂ ਵਧਾਈਆਂ ਨੇ। ਇਸੇ ਤਰ੍ਹਾਂ ਸੰਸਾਰ ਦੇ ਹਰ ਖਿੱਤੇ ਦੇ ਅੰਦਰ ਲੈ ਲਓ, ਹਰ ਵਰਗ ਦੇ ਅੰਦਰ ਲੈ ਲਓ, ਕਿ ਜਿੱਥੇ ਬੰਦਾ ਅੰਦਰੋਂ ਕੁਝ ਹੋਰ ਕਰ ਰਿਹਾ ਹੈ, ਸੋਚ ਕੁਝ ਹੋਰ ਰਿਹਾ ਹੈ, ਤੇ ਮੂੰਹੋਂ ਬੋਲਦਾ ਕੁਝ ਹੋਰ ਪਿਆ ਹੈ, ਮੂੰਹੋਂ ਕਹਿੰਦਾ ਕੁਝ ਹੋਰ ਪਿਆ ਹੈ। ਜਿਨ ਮਨ ਹੋਰ ਮੁਖ ਹੋਰ, ਭਾਵੇਂ ਦੁਨਿਆਵੀ ਹੋਵੇ ਤੇ ਭਾਵੇਂ ਰੱਬ ਦੇ ਘਰ ਦੀ ਗੱਲ ਹੋਵੇ, ਨਿਰੰਕਾਰ ਦੇ ਘਰ ਦੀ ਗੱਲ ਹੋਵੇ, ਗੁਰੂ ਦੇ ਘਰ ਦੀ ਗੱਲ ਹੋਵੇ, ਉਸ ਅਕਾਲ ਪੁਰਖ ਦੀ ਹੋਵੇ, ਅੱਲਾ ਖੁਦਾ ਤਾਲਾ ਦੀ ਹੋਵੇ, ਮੂੰਹ ਵਿੱਚੋਂ ਕੁਝ ਹੋਰ ਕਹੀ ਜਾਵੇ
ਤੇ ਮਨ ਅੰਦਰ ਕੁਝ ਹੋਰ ਚੱਲ ਰਿਹਾ ਹੋਵੇ ਤਾਂ ਉਹ ਬੰਦਾ ਜਿਹੜਾ ਹੈ ਉਹ ਸੱਚਾ ਨਹੀਂ ਹੈ। ਕਿਉਂਕਿ ਸੱਚਾ ਕੌਣ ਹੈ? ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਉਹ ਹੈ ਸੱਚਾ, ਜਿਹਦੀ ਮੁਹੱਬਤ ਦਿਲੋਂ ਹੈ। ਤੇ ਜਿਨ ਮਨ ਹੋਰ ਮੁਖ ਹੋਰ, ਮੂੰਹ ਤੋਂ ਮੁਹੱਬਤ ਕਰਦਾ ਦਿਲੋਂ ਨਹੀਂ, ਮਨ ਹੋਰ ਮੁਖ ਹੋਰ। ਤੇ ਬਾਬਾ ਫਰੀਦ ਜੀ ਕਹਿੰਦੇ ਸੇ ਕਾਂਡੇ ਕੱਚਿਆ। ਇਹ ਨਹੀਂ ਕਹਿੰਦੇ ਕਿ ਇਹਦਾ ਨਾਸ ਹੋ ਜਾਣਾ, ਇਹ ਨਹੀਂ ਕਹਿੰਦੇ ਇਹਨੇ ਗਰਕ ਜਾਣਾ, ਇਹ ਨਹੀਂ ਕਹਿੰਦੇ ਕਿ ਜਿਹੜੇ ਮਨ ਹੋਰ ਤੇ ਮੁਖ ਹੋਰ ਦੇ ਨੇ ਇਹ ਨਰਕਾਂ ਨੂੰ ਜਾਣਗੇ, ਦੁੱਖ ਪਾਣਗੇ। ਨਾ 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 ਨਾ, ਕਹਿੰਦੇ ਕਾਂਡੇ ਕੱਚੇ ਆ। ਕਾਂਡੇ ਦਾ ਮਤਲਬ ਹੁੰਦਾ ਕਹੇ ਜਾਂਦੇ। ਕਹਿੰਦੇ ਇਹ ਤੇ ਕੱਚੇ ਕਹੇ ਜਾਂਦੇ ਨੇ, ਇਹ ਤੇ ਅਣਜਾਣ ਆਖੇ ਜਾਂਦੇ, ਇਹ ਅਣਜਾਣ ਕਹੇ ਜਾਂਦੇ ਨੇ। ਹੁਣ ਪਹਿਲਾ ਸ਼ਬਦ ਹੀ ਮੁਹੱਬਤ ਦਾ ਲੈ ਕੇ ਗੁਰਬਾਣੀ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਦਰਜ ਕਰਦੇ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਲਿਖਦੇ ਨੇ, ਦਰਜ ਕਰਦੇ ਨੇ ਨਾ ਬਾਣੀ ਵਿੱਚ। ਪਹਿਲਾ ਸ਼ਬਦ ਇਹ ਹੈ, ਦਿਲੋਂ ਮੁਹੱਬਤ ਵਾਲਾ। ਹੁਣ ਇਹ ਰਾਗ ਆਸਾ ਵਿੱਚ ਪਹਿਲਾ ਸ਼ਬਦ ਹੈ, ਤੇ ਦੂਜਾ ਜਿਹੜਾ ਸ਼ਬਦ ਹੈ ਨਾ ਉਹ ਹੈ ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ, ਜਿਹੜੇ ਅੱਲਾ ਨਾਲ ਲੱਗ ਗਏ ਨੇ। ਹੁਣ ਉਹਨਾਂ ਦੀ ਗੱਲ ਸ਼ੇਖ ਫਰੀਦ ਕਹਿ ਰਿਹਾ, ਬੋਲੇ ਸ਼ੇਖ ਫਰੀਦ, ਉਹ ਜਿਹੜੇ ਪਿਆਰ ਵਾਲੇ ਅੱਲਾ ਨਾਲ ਜੁੜੇ ਹਨ। ਹੁਣ ਪਹਿਲਾਂ ਵੀ ਮੁਹੱਬਤ ਦੀ ਗੱਲ ਹੈ, ਦੂਸਰੇ ਸ਼ਬਦ ਅੰਦਰ ਵੀ ਮੁਹੱਬਤ ਦੀ ਗੱਲ ਹੈ। ਇਹ ਦੋ ਸ਼ਬਦ ਆਸਾ ਰਾਗ ਵਿੱਚ ਨੇ ਅਤੇ ਦੋ ਸ਼ਬਦ ਰਾਗ ਸੂਹੀ ਵਿੱਚ ਹਨ ਬਾਬਾ ਫਰੀਦ ਜੀ ਦੇ। ਪਹਿਲਾ ਸ਼ਬਦ ਹੈ ਤਪ ਤਪ ਲੋਏ ਲੋਏ ਹਾਥ ਮਰੋਰੋਂ, ਬਾਵਲ ਹੋਈ ਹੈ ਸੋ ਸਹੋ ਲੋਰੋਂ। ਤਪ ਤਪ ਭਾਵ ਤਪ ਤਪ ਕੇ, ਕਲਪ ਕਲਪ ਕੇ, ਖੱਪ ਖੱਪ ਕੇ, ਲੋਏ ਲੋਏ ਭਾਵ ਕੇ, ਕਰੀਜ ਕਰੀਜ ਕੇ, ਹੱਥਾਂ ਨੂੰ ਮਰੋੜਨਾ, ਪਛਤਾਉਣਾ, ਹਾਥ ਮਰੋੜੋ, ਪਛਤਾਵਾ ਹੀ ਰਹਿ ਜਾਂਦਾ ਹੈ। ਬਾਵਲ ਹੋਈ ਭਾਵ ਬਾਵਲੀ ਹੋ ਗਈ, ਕਮਲੀ ਹੋਈ, ਬਾਵਲੀ ਹੋ ਗਈ, ਕਮਲੀ ਹੋ ਗਈ, ਸੋ ਸਾਹੋ ਲੋਰੋਂ। ਉਸ ਅਕਾਲ ਪੁਰਖ, ਉਸ ਅੱਲਾ, ਉਸ ਖੁਦਾ ਨੂੰ ਲੋੜਦੀ ਹਾਂ, ਚਾਹੁੰਦੀ ਹਾਂ, ਲੱਭਦੀ ਪਈ ਹਾਂ, ਮੰਗਦੀ ਪਈ ਹਾਂ ਉਹਨੂੰ। ਤੇ ਮੈਂ ਉਹਦੇ ਬਿਨਾਂ ਤਪਦੀ ਪਈ, ਮੈਂ ਉਹਦੇ ਬਿਨਾਂ ਕਰੀਜਦੀ ਪਈ। ਇਹ ਪਹਿਲਾ ਸ਼ਬਦ ਦੇਖੋ, ਪਹਿਲੇ ਅੰਦਰ ਵੀ ਮੁਹੱਬਤ ਦੀ ਗੱਲ ਸੀ, ਪਿਆਰ ਦੀ ਗੱਲ ਸੀ। ਤੇ ਹੁਣ ਸੂਹੀ ਰਾਗ ਅੰਦਰ ਜਿਹੜਾ ਪਹਿਲਾ ਸ਼ਬਦ ਹੈ ਉਹ ਵੀ ਪਿਆਰ ਦੀ ਹੀ ਤਾਂਗ ਜਤਾਉਂਦਾ ਹੈ। ਅਤੇ ਦੂਜਾ ਜਿਹੜਾ ਸ਼ਬਦ ਹੈ ਨਾ ਸੂਹੀ ਰਾਗ ਅੰਦਰ, ਉਹ ਹੈ ਬੇੜਾ ਬੰਦ ਨਾ ਸਕਿਓ ਬੰਧਨ ਕੀ ਬੇਲਾ। ਹੁਣ ਇੱਥੇ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਜਦੋਂ ਸਮਾਂ ਸੀ ਨਾ, ਉਹ ਸਮੇਂ ਨੂੰ ਮੈਂ ਸੰਭਾਲਿਆ ਕੋਈ ਨਾ। ਜਦੋਂ ਬੇੜਾ ਬੰਨਣ ਦਾ ਸਮਾਂ ਸੀ ਨਾ, ਉਦੋਂ ਬੰਨ ਨਾ ਸਕਿਆ। ਜਦੋਂ ਬੇੜਾ ਫੜਨ ਦਾ ਟਾਈਮ ਸੀ, ਉਦੋਂ ਫੜਿਆ ਨਾ। ਤੇ ਜਦੋਂ ਬੇੜਾ ਨਿਕਲ ਗਿਆ ਨਾ, ਹੁਣ ਮੇਰਾ ਸਮੁੰਦਰ ਪਾਰ ਕਰਨਾ ਬੜਾ ਔਖਾ ਹੈ, ਹੁਣ ਮੇਰਾ ਸਾਗਰ ਪਾਰ ਕਰਨਾ ਬੜਾ ਔਖਾ ਹੈ। ਇੱਥੇ ਸਮੁੰਦਰ ਕੀ ਹੈ? ਸੰਸਾਰ ਸਾਗਰ। ਇੱਥੇ ਸਮੁੰਦਰ ਕੀ ਹੈ? ਡਰ ਦਾ ਸਾਗਰ। ਇਹ ਜਿਹੜਾ ਡਰ ਦਾ ਸਾਗਰ ਹੈ ਨਾ, ਹੁਣ ਪਾਰ ਕਰਨਾ ਬੜਾ ਔਖਾ ਲੱਗਦਾ ਪਿਆ। ਪਰ ਸਮਾਂ ਗਵਾ ਬੈਠਾ, ਸਮਾਂ ਲੰਘ ਗਿਆ ਹੈ। ਹੁਣ ਇਹ ਗੱਲ ਕਹਿ ਕੇ ਜਗਤ ਨੂੰ ਸਮਝਾਉਂਦੇ ਨੇ ਬਾਬਾ ਫਰੀਦ ਜੀ। ਬਾਣੀ ਦੇ ਅੰਦਰ ਸਿਰਫ 4 ਹੀ ਸ਼ਬਦ ਨੇ ਬਾਬਾ ਫਰੀਦ ਜੀ ਦੇ। ਇਹਨਾਂ 4 ਸ਼ਬਦਾਂ ਤੋਂ ਇਲਾਵਾ ਸ਼ਲੋਕ ਸ਼ੇਖ ਫਰੀਦ ਕੇ ਦੇ ਸਿਰਲੇਖ ਹੇਠ ਕੁੱਲ 130 ਸ਼ਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦਰਜ ਹਨ, ਜਿਨ੍ਹਾਂ ਵਿੱਚ ਕੁਝ ਸ਼ਲੋਕ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਅਤੇ ਕੁਝ ਸ਼ਲੋਕ 5ਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਨੇ। ਇਹ ਧਿਆਨ ਰੱਖਣਾ ਕਿ ਕਈ ਸ਼ਬਦਾਂ ਦੇ ਵਿੱਚ ਸਾਨੂੰ ਭੁਲੇਖਾ ਪੈ ਜਾਂਦਾ ਹੈ। ਬਾਬਾ ਫਰੀਦ ਜੀ ਦੀ ਵਿਚਾਰਧਾਰਾ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਨਾਲ ਮੇਲ ਖਾਂਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਕਿਉਂਕਿ ਜੇ ਮੇਲ ਨਾ ਖਾਂਦੀ ਹੁੰਦੀ ਤੇ ਗੁਰੂ ਸਾਹਿਬ ਨੇ ਉਹ ਸ਼ਬਦ ਹੀ ਵੱਖਰੇ ਕਰ ਦੇਣੇ ਸੀ, ਉਹ ਕੱਢ ਕੇ ਪਰੇ ਰੱਖ ਦੇਣੇ ਸਨ, ਪਰੇ ਰੱਖ ਦੇਣੇ ਸਨ। ਉਹਨਾਂ ਸ਼ਬਦਾਂ ਵਿੱਚ ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਸੰਦੇਸ਼ ਨੂੰ, ਮੈਸੇਜ ਨੂੰ ਸਮਝਦੇ ਨੇ।
पर आम लुकाई आम दुनिया वो शब्दां तो भुलेखा खा सकती है। ते ਜਿਹੜੇ शब्द तो भी भुलेखा पैंदा नजर आउंदा है ना, उत्थे गुरु अमरदास महाराज वो भुलेखा दूर करते हैं। गुरु नानक साहब महाराज जी दे लिआंदे होए ये श्लोक ने। जदों ये सारी बाणी जो गुरु नानक साहब महाराज कोल सी जान लगे, गुरु अंगद साहब महाराज नूं सौंप के जांदे ने, ते गुरु अंगद साहब महाराज गुरु अमरदास महाराज नूं। ते जदों गुरु अमरदास महाराज उस बाणी नूं पढ़दे ने ना, ते एक वार तक किते उन्हां दे मन विच भुलेखा आया होएगा। फिर उन्हां ने जदों गौर नाल विचारिया उस शब्द नूं, ते उसदा मजमून कुछ होर सी, उस शब्द दा एंगल कोई वखरा सी। ते हुण उत्थे बाबा अमरदास गुरु अमरदास महाराज पातशाह जी ने देखिया कि जे भुलेखा पै सकदा है दुनिया नूं, ते वो भुलेखे विच ना रहन, ते फरीद दा नाम लैके ही गुरु अमरदास महाराज श्लोक दे नाल होर श्लोक जोड़ दिंदे ने। वो श्लोक महला तीजा नाल वो श्लोक जोड़ दिंदे ने। ਉਹਦੇ ਵਿੱਚ ਪਹਿਲੇ श्लोक वाला ਭੁਲੇਖਾ निकल ਜਾਂਦਾ है। पहले श्लोक का भुलेखा निकल जाता है। इसे तरह ही गुरु अर्जन साहब महाराज पातशाह जी जदों श्लोकां नूं पढ़दे ने, गुरु अमरदास महाराज जी दे श्लोकां नूं भी विचारदे ने, ते कुछ शब्द जिहड़े ने गुरु अर्जन साहब महाराज जी दे सामने भी आ जांदे ने, जिहड़े भुलेखा पा सकदे ने कि बंदा वो श्लोकां नूं पढ़ेगा समझेगा तो फिर ਉਹਦੇ अर्थ कुछ होर समझ लवेगा। तो गुरु अर्जन साहब महाराज जी का जो श्लोक नाल होवेगा, उदों वो अर्थ बदल जाएगा, उदों हकीकत समझ आ जाएगी, उदों सच समझ आ जाएगा, बई आ सच है, ऐदां दा सच है। तां गुरु अर्जन साहब महाराज ते गुरु अमरदास महाराज श्लोक अपने नाल दर्ज करते हैं। सो पंजवें साहब जी दे उचारण किए हैं कुछ शब्द। बाबा फरीद जी के श्लोक जिहड़े ने ना 112 हैं टोटल शब्द, टोटल श्लोक जिहड़े 4 शब्द अते श्लोक जिहड़े ने 112 हैं। बाकी श्लोक जिहड़े ने 130 विच भाव के 18 जिहड़े श्लोक ने वो गुरु अर्जन साहब महाराज ते गुरु अमरदास महाराज जी दे सांझे ने। इन्हां श्लोकां दी शुरुआत जिहड़ी है ना बाबा फरीद जी ने एक विआह की रस्म तो की है। पहला श्लोक जिहड़ा है ना उसकी शुरुआत जिहड़ी आरंभता जिहड़ी बिगनिंग जिहड़ी है वो एक विआह की रस्म तो करते हैं। अते दूजे श्लोक विच एक पासे दरवेशी की गल करते हैं। दरवेशी तो भाव हुंदा है दरवेशपुणा, दरवेशी दरवेशपुणा, अंदर दी दरवेश वाली हालत दरवेशपुणा। अते दूजे पासे दुनिया के तौर तरीके दुनिया के रंगां नूं बयान करते हैं। जिहड़ा आपां मेन टाइटल दे उत्ते पोस्टर दे उत्ते लिखिया ना, जिहदे विच बाबा फरीद जी कहंदे ने कि दरवेसी गाकड़ी चलना दुनिया भत, दुनिया भत, दुनिया की तरह, दुनिया के रंगां विच, दुनिया के मगर चलना दुनिया भत। पर जिहड़ी दरवेसी गाखड़ी है वो तो वखरी है। हुण एक पासे दरवेशपुणा ते दूजे पासे दुनिया के रंग तमाशे, दुनिया के ढंग, दुनिया के तरीके, उन्हां रंगां नूं बयान करते हैं बाबा फरीद जी, जिस विच बिरहा, जिस विच बिरहा दी तड़प, विछोड़े दी तड़प, मन का दुख, गलतियां दा पछतावा। आ हुण जे आपां इनू विस्तार नाल लिखिए ना तो टाइम बड़ा समा बड़ा लग जाना, बहुत समा लग जाना। पर हुण ये मजमून है फरीद जी दे श्लोकां दा, जो श्लोकां विचों असीं समझ लेना है। पर जदों दुनिया के रंग दसदे ने ना बाबा फरीद जी, एक पासे दरवेशी दसदे, दूजे पासे दुनिया के रंग तमाशे दसदे ने, बयान करते हैं। उन्हां रंग तमाशियां दे विच ही एक रंग ये है कि जिस विच बिरहा दी तड़फ है, जिस विच विछोड़े दी तड़फ है। दूजा रंग है मन का दुख, तीजा रंग गलतियां दा पछतावा, चौथा रंग है अंदर दी खोज करनी, अंदर जाना, गिरेबान विच देखना, आपन रह गिरवान मैं देखना।
ਅੱਗੇ ਹੋਰ ਰੰਗ ਹੈ ਜੀਵਨ ਜੀਣ ਦੀ ਕਲਾ, ਕਿਵੇਂ ਜੀਣਾ ਚਾਹੀਦਾ, ਕਿਵੇਂ ਆਪਣੇ ਆਪ ਨੂੰ ਸਮਝਾਉਣਾ ਚਾਹੀਦਾ। ਇੰਦਰੇ ਤੇ ਇੰਦਰੀਆਂ ਨੂੰ ਉਪਦੇਸ਼ ਦੇਣਾ, ਆਪਣੇ ਇੰਦਰੀਆਂ ਨੂੰ, ਆਪਣੀਆਂ ਇੰਦਰੀਆਂ ਨੂੰ ਉਪਦੇਸ਼ ਦੇਣਾ, ਹੱਥਾਂ ਨੂੰ, ਕੰਨਾਂ ਨੂੰ, ਜੀਭਾਂ ਨੂੰ ਉਪਦੇਸ਼ ਦੇਣਾ। ਬਚਪਨ, ਜਵਾਨੀ, ਬੁਢਾਪਾ, ਫਸਲਾਂ, ਖੇਤ, ਮੜੀਆਂ, ਗੌਰਾਂ, ਗੌਰਾਂ ਭਾਵ ਮੜੀਆਂ ਦੀ ਤਰ੍ਹਾਂ ਹੀ ਗੌਰ ਬਣਾਈ ਹੁੰਦੀ ਹੈ। ਮੜੀਆਂ, ਗੌਰਾਂ, ਕਬਰਾਂ ਇੱਕੋ ਜਿਹੀਆਂ ਲੱਗਦੀਆਂ ਨੇ, ਪਰ ਦੋਨਾਂ ਤਿੰਨਾਂ ਵਿੱਚ ਥੋੜਾ ਫਰਕ ਹੈ। ਮੜੀਆਂ, ਗੌਰਾਂ, ਕਬਰਾਂ, ਦਾੜੀ, ਮੁੱਛਾਂ, ਪ੍ਰੇਮ, ਪ੍ਰੇਤ ਪਿੰਜਰ, ਪੰਛੀ, ਸੁਹਾਗ, ਸੁਹਾਗਣਾ, ਟੋਏ ਟਿੱਬੇ, ਡਰਾਉਣਿਆਂ, ਦਰਵੇਸ਼ਾਂ, ਨਦੀਆਂ, ਦਰਿਆਵਾਂ, ਰੁੱਖਾਂ, ਦਿਨਾਂ, ਰਾਤਾਂ, ਗੱਲਾਂ ਵਾਲੇ ਸੱਜਣਾ ਅਤੇ ਉੱਚੇ ਚੜ੍ਹ ਕੇ ਵੇਖਣ ਦਾ ਜ਼ਿਕਰ ਕਰਕੇ। ਦੇਖੋ ਆ ਸਾਰਾ ਕੁਝ ਮਜ਼ਮੂਨ ਸ਼ਲੋਕਾਂ ਵਿੱਚ ਮਿਲੇਗਾ ਜੀ। ਇਹ ਸਾਰੇ ਰੰਗ ਦੁਨੀਆ ਦੇ ਸ਼ਲੋਕਾਂ ਵਿੱਚ ਮਿਲਣਗੇ। ਉੱਚੇ ਚੜ੍ਹ ਕੇ ਦੇਖਿਆ, ਉੱਚੇ ਚੜ੍ਹ ਕੇ ਦੇਖਣ ਦਾ ਜ਼ਿਕਰ ਕਰਕੇ ਹਰ ਇੱਕ ਦੇ ਮਨ ਰੂਪੀ ਘਰ ਵਿੱਚ ਲੱਗੀ ਤ੍ਰਿਸ਼ਨਾ ਦੀ ਅੱਗ ਵੀ ਵਿਖਾਉਂਦੇ ਹਨ, ਅਤੇ ਹਰ ਇੱਕ ਹਿਰਦੇ ਵਿੱਚ ਉਸ ਸੱਚੇ ਰੱਬ ਦਾ ਵਸਣਾ ਦੱਸ ਕੇ ਪ੍ਰੇਮ ਅਤੇ ਪਿਆਰ ਨਾਲ ਮਿਲ ਕੇ ਰਹਿਣ ਦਾ ਅਤੇ ਸੰਭਲ ਕੇ ਚੱਲਣ ਦਾ ਸੁਨੇਹਾ ਦਿੰਦੇ ਹਨ। ਇੰਜ ਕਹਿ ਲਈਏ ਕਿ ਦੁਨੀਆ ਦੇ ਹਰ ਇੱਕ ਰੰਗ ਨੂੰ ਬਾਬਾ ਫਰੀਦ ਸਾਹਿਬ ਨੇ ਨਾ ਆਪਣੇ ਸ਼ਲੋਕਾਂ ਵਿੱਚ ਬਾਖੂਬੀ ਭਰਿਆ ਹੈ। ਕਿਹੜਾ ਰੰਗ ਹੈ ਜਿਹੜਾ ਬਾਬਾ ਫਰੀਦ ਜੀ ਨੇ ਆਪਣੇ ਸ਼ਲੋਕਾਂ ਵਿੱਚ ਨਹੀਂ ਭਰਿਆ? ਦੁਨੀਆ ਦਾ ਕਿਹੜਾ ਰੰਗ? ਦੁਨੀਆ ਦੇ ਸਾਰੇ ਰੰਗਾਂ ਨੂੰ ਨਾ ਬਾਖੂਬੀ ਆਪਣੇ ਸ਼ਲੋਕਾਂ ਵਿੱਚ ਬਾਬਾ ਫਰੀਦ ਜੀ ਨੇ ਭਰ ਰੱਖਿਆ ਹੈ, ਭਰਿਆ ਹੈ। ਇਹਨਾਂ ਸ਼ਲੋਕਾਂ ਨੂੰ ਸਮਝਣ ਵਾਸਤੇ ਜਿੱਥੇ ਧਿਆਨ ਜ਼ਰੂਰੀ ਹੈ, ਕਿਉਂਕਿ ਜੇ ਅਸੀਂ ਧਿਆਨ ਹੀ ਨਾ ਦਿੱਤਾ ਫਿਰ ਕੁਝ ਵੀ ਫਾਇਦਾ ਨਹੀਂ ਜੀ ਹੋਣਾ, ਕਿਉਂਕਿ ਧਿਆਨ ਜ਼ਰੂਰੀ ਹੈ। ਕੋਈ ਵੀ ਦੁਨੀਆ ਦਾ ਕੰਮ ਧਿਆਨ ਤੋਂ ਬਿਨਾਂ ਕਰਾਂਗੇ ਉਹ ਅਸਫਲ ਹੋ ਜਾਂਦਾ ਹੈ, ਉਹ ਨੁਕਸਾਨਦੇਹ ਹੋ ਜਾਂਦਾ ਹੈ। ਜਿੱਥੇ ਵੀ ਧਿਆਨ ਹਟਿਆ ਉੱਥੇ ਹੀ ਨੁਕਸਾਨ ਹੋਇਆ। ਭਾਵੇਂ ਕੋਈ ਡਰਾਈਵਰੀ ਕਰਦਾ ਪਿਆ, ਭਾਵੇਂ ਕੋਈ ਹੋਰ ਦੁਨੀਆ ਦੇ ਕੰਮ ਕਰਦਾ ਪਿਆ, ਭਾਵੇਂ ਕੋਈ ਮਸ਼ੀਨ ਚਲਾ ਰਿਹਾ, ਭਾਵੇਂ ਕੋਈ ਕੰਪਿਊਟਰ ਚਲਾ ਰਿਹਾ, ਕੁਝ ਵੀ ਦੁਨੀਆ ਦਾ ਕੰਮ ਧਿਆਨ ਤੋਂ ਬਿਨਾਂ ਨਹੀਂ। ਸੂਈ ਦੇ ਨੱਕੇ ਵਿੱਚ ਧਾਗਾ ਵੀ ਧਿਆਨ ਤੋਂ ਬਿਨਾਂ ਨਹੀਂ ਪੈਂਦਾ, ਗੱਲ ਵੀ ਧਿਆਨ ਤੋਂ ਬਿਨਾਂ ਨਹੀਂ ਸੁਣੀ ਜਾਂਦੀ। ਹੁਣ ਇੱਕ ਬੰਦਾ ਗੱਲ ਕਰਦਾ ਹੋਵੇ, ਉਸ ਗੱਲ ਵੱਲ ਅਸੀਂ ਧਿਆਨ ਹੀ ਨਾ ਦਿਆਂਗੇ, ਸਾਡੇ ਪੱਲੇ ਕੀ ਪਊ? ਜੇ ਸਾਡੇ ਕੋਲੋਂ ਕੁਝ ਪੁੱਛਿਆ ਜਾਏਗਾ ਤੇ ਅਸੀਂ ਜਵਾਬ ਕੀ ਦਿਆਂਗੇ? ਉਹੋ ਜਿਹਾ ਹੀ ਜਵਾਬ ਹੋਵੇਗਾ ਨਾ ਕਿ ਬੱਚਾ ਇੱਕ ਬੇਧਿਆਨਾ ਬੈਠਾ ਸੀ ਕਲਾਸ ਦੇ ਵਿੱਚ, ਹੁਣ ਧਿਆਨ ਕਿਸੇ ਹੋਰ ਪਾਸੇ ਸੀ ਤੇ ਟੀਚਰ ਜਿਹੜੀ ਸੀ ਰਾਮਾਇਣ ਸੁਣਾ ਰਹੀ ਸੀ, ਉਹ ਆਪਣਾ ਕਿੱਸਾ ਸੁਣਾਈ ਜਾ ਰਹੀ ਸੀ, ਤੇ ਜਦੋਂ ਉਹਨੇ ਵੇਖਿਆ ਵੀ ਬੱਚੇ ਦਾ ਧਿਆਨ ਨਹੀਂ ਹੈ ਪੜ੍ਹਾਈ ਵੱਲ, ਉਹ ਗੁੱਸੇ ਨਾਲ ਬੋਲੀ, ਖੜਾ ਕੀਤਾ ਉਹਨੂੰ। ਜਦੋਂ ਖੜਾ ਕੀਤਾ ਤੇ ਖੜਾ ਕਰਕੇ ਪੁੱਛਿਆ ਤੇਰਾ ਧਿਆਨ ਕਿੱਥੇ? ਕਹਿੰਦਾ ਮੈਡਮ ਪੜ੍ਹਾਈ ਵਿੱਚ ਹੀ ਹੈ। ਤੇ ਮੈਡਮ ਨੇ ਪੁੱਛਿਆ ਚੰਗਾ ਫਿਰ ਦੱਸ ਕਿ ਧਨੁਸ਼ ਕਿਹਨੇ ਤੋੜਿਆ ਸੀ? ਹੁਣ ਉਹਨੇ ਧਿਆਨ ਦਿੱਤਾ ਹੀ ਨਹੀਂ ਸੀ ਹੋਇਆ, ਤੇ ਉਹ ਘਬਰਾ ਕੇ ਕਹਿਣ ਲੱਗਾ, ਕਹਿੰਦਾ ਮੈਡਮ ਮੈਨੂੰ ਨਹੀਂ ਪਤਾ, ਮੈਂ ਕਲਾਸ ਤੋਂ ਬਾਹਰ ਗਿਆ ਹੀ ਨਹੀਂ, ਪਰ ਮੈਂ ਨਹੀਂ ਤੋੜਿਆ, ਮੈਂ ਨਹੀਂ ਤੋੜਿਆ। ਹੁਣ ਉਹ ਹਿਸਾਬ ਹੋ ਜਾਏਗਾ ਸਾਡੇ ਨਾਲ ਜੇ ਅਸੀਂ ਧਿਆਨ ਨਹੀਂ ਦਿਆਂਗੇ, ਸਾਡਾ ਧਿਆਨ ਕਿਤੇ ਹੋਰ ਹੋਵੇਗਾ ਨਾ, ਤੇ ਫਿਰ ਜੋ ਮਰਜ਼ੀ ਅਸੀਂ ਪੜ੍ਹਾ ਰਹੇ ਹਾਂ ਉਹ ਪੱਲੇ ਨਹੀਂ ਪੈਣੀ ਸਾਡੇ। ਗੱਲ ਪੱਲੇ ਤਾਂ ਪਵੇਗੀ ਜੇ ਧਿਆਨ ਇੱਧਰ ਹੋਵੇਗਾ। ਬਾਬਾ ਫਰੀਦ ਜੀ ਦੇ ਸ਼ਲੋਕਾਂ ਨੂੰ ਸਮਝਣ ਵਾਸਤੇ ਜਿੱਥੇ ਧਿਆਨ ਜ਼ਰੂਰੀ ਹੈ ਨਾ, ਉੱਥੇ ਦੂਜੀ ਗੱਲ ਨਾਲ ਚੇਤੇ ਰੱਖ ਲੈਣਾ, ਉੱਥੇ ਅੰਤਰ ਆਤਮੇ ਅਤੇ ਜਗਤ ਜੀਵਨ ਅੰਦਰ ਝਾਤ ਪਾਉਣੀ। ਜਗਤ ਜੀਵਨ ਅੰਦਰ, ਦੁਨੀਆ ਦੇ ਜੀਵਨ ਵਿੱਚ ਵੀ ਵੇਖਣਾ, ਆਪਣੇ ਅੰਤਰ ਆਤਮੇ ਵੀ ਵੇਖਣਾ, ਆਪਣੇ ਅੰਦਰ ਵੀ ਝਾਤ ਮਾਰਨੀ ਹੈ ਤੇ ਬਾਹਰ ਵੀ ਵੇਖਣਾ। ਐਸਾ ਨਹੀਂ ਹੈ ਕਿ ਸਿਰਫ ਆਪਣਾ ਅੰਦਰ ਫੋਲਣਾ ਹੈ, ਬਾਹਰ ਨਹੀਂ ਦੇਖਣਾ, ਨਹੀਂ, ਬਾਹਰ ਵੀ ਦੇਖਣਾ ਹੈ, ਆਪਣਾ ਅੰਦਰ ਵੀ ਦੇਖਣਾ। ਜੇ ਬਾਬਾ ਫਰੀਦ ਜੀ ਦੇ ਸ਼ਲੋਕਾਂ ਨੂੰ ਸਮਝਣਾ ਹੈ ਨਾ, ਤੇ ਅੰਤਰ ਆਤਮੇ ਅਤੇ ਜਗਤ ਜੀਵਨ ਅੰਦਰ ਝਾਤ ਪਾਉਣੀ, ਨਜ਼ਰ ਮਾਰਨੀ ਵੀ ਬਹੁਤ ਜ਼ਰੂਰੀ ਹੈ। ਇਹ ਅੱਜ ਆਪਾਂ ਸ਼ਲੋਕਾਂ ਦੀ ਭੂਮਿਕਾ ਬੰਨੀ ਹੈ। ਹੁਣ ਅੰਤਰ ਆਤਮੇ ਧਿਆਨ ਕਰਨਾ, ਜਗਤ ਵਿੱਚ ਧਿਆਨ ਮਾਰਨਾ ਅਤੇ ਧਿਆਨ ਨੂੰ
ਇਕਾਗਰ ਕਰਕੇ ਸ਼ਲੋਕਾਂ ਨੂੰ ਸਰਵਣ ਕਰਨਾ ਹੈ। ਅਗਲੇ ਹਫ਼ਤੇ ਤੋਂ ਆਪਾਂ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਵਿਚਾਰ ਆਰੰਭ ਕਰਨੀ ਹੈ। ਗੁਰੂ ਕਰਨ ਕਿਰਪਾ, ਮਿਹਰ ਕਰਨ ਅਤੇ ਅਸੀਂ ਜੁੜ ਸਕੀਏ, ਹੋਰਾਂ ਨੂੰ ਪ੍ਰੇਰ ਸਕੀਏ, ਬਾਬਾ ਫਰੀਦ ਜੀ ਦੀ ਇਸ ਪਾਵਨ ਬਾਣੀ ਤੋਂ ਸੇਧ ਲੈ ਸਕੀਏ ਅਤੇ ਸਮਝ ਸਕੀਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਇਹ ਦਰਜ ਕੀਤੀ ਬਾਬਾ ਫਰੀਦ ਜੀ ਦੀ ਬਾਣੀ ਸਾਨੂੰ ਕੀ ਸਮਝਾਉਣ ਦਾ ਯਤਨ ਕਰਦੀ ਹੈ। ਸੋ ਅੱਜ ਦੀ ਕਲਾਸ ਇੱਥੇ ਸੰਪੂਰਨ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਮਾਂ ਸਵਾਲ ਜਵਾਬ ਦਾ ਹੈ ਜੀ, ਤੇ ਬੇਨਤੀ ਕਰਾਂਗੇ